ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਬੋਹਰੋ ਦੋ ਸੰਤ ਸੋ ਪੂਛੇ। ਕਿਸ ਬਿਦ ਹਟਿਆਏ ਤੁਮ ਛੂਚੇ। ਸੁਨਤ ਫਕੀਰਨ ਸਰਬ ਬਤਾਈ। ਮਰਦਾਨੇ ਕੀ ਚੋਟ ਦਿਖਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ। ਗੁਰ ਕਿਰਪਾਲ ਜਪੈ ਤਾਪ ਗੁਣ ਸਭ ਛਪੇ। ਐਸੇ ਦੀਨ ਦਿਆਲ ਗਰੀਬ ਨਵਾਜ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਜੁੜ ਬੈਠੀ ਹਾਜ਼ਰੀਆਂ ਭਰ ਰਹੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਨਮ ਸਾਖੀ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ
ਸੈਦਪੁਰ ਜਿਹਨੂੰ ਏਮਨਾਬਾਦ ਨਗਰ ਕਹਿੰਦੇ ਹਨ, ਇੱਥੇ ਪਹੁੰਚੇ ਨੇ। ਏਮਨਾਬਾਦ ਨਗਰ ਦੇ ਬਾਰ-ਬਾਰ ਸਤਿਗੁਰਾਂ ਨੇ ਉਤਾਰਾ ਕੀਤਾ ਹੈ। ਇਸ ਨਗਰ ਵਿੱਚ ਸਤਿਗੁਰਾਂ ਦੇ ਪਿਆਰੇ ਸੇਵਕ ਭਾਈ ਲਾਲੋ ਜੀ ਰਹਿੰਦੇ ਹਨ। ਦੋ ਫਕੀਰ ਫਕੀਰੀ ਲਿਬਾਸ ਵਿੱਚ ਉਹ ਵੀ ਸਤਿਗੁਰਾਂ ਦੇ ਕੋਲ ਆ ਬੈਠੇ। ਨਗਰ ਨਿਵਾਸੀਆਂ ਚੋਂ ਕੋਈ ਸੇਵਾ ਕਰਨ ਲਈ ਨਹੀਂ ਪਹੁੰਚਿਆ। ਉਹਨਾਂ ਫਕੀਰਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਨਗਰ 'ਚ ਜਾ ਕੇ ਕੁਝ ਮੰਗ ਕੇ ਲੈ ਆਈਏ। ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਨਾਲ ਭੇਜਿਆ ਵੀ ਜਾਓ। ਜਦੋਂ ਨਗਰ ਵਿੱਚ ਗਏ ਤੇ ਅੱਗੇ ਜਿਹੜੇ ਪਠਾਨ ਸੀ ਨਗਰ ਵਿੱਚ ਏਮਨਾਬਾਦ ਵਿੱਚ, ਇੰਨੇ ਹੰਕਾਰੀ ਸਨ ਕਿ ਉਹਨਾਂ ਫਕੀਰਾਂ ਦੀ ਪਹਿਲਾਂ ਤਾਂ ਉਹਨਾਂ ਨੇ ਖਿੱਲੀ ਉਡਾਈ, ਮਖੌਲ ਉਡਾਇਆ। ਭਾਈ ਮਰਦਾਨੇ ਨੂੰ ਧੱਕਾ ਮਾਰ ਕੇ ਜ਼ਮੀਨ ਤੇ ਸੁੱਟਿਆ। ਭਾਈ ਸਾਹਿਬ ਜੀ ਵਾਪਸ ਸਤਿਗੁਰਾਂ ਦੇ ਪਾਸ ਉਹਨਾਂ ਫਕੀਰਾਂ ਸਮੇਤ ਆ ਪਹੁੰਚੇ। ਆ ਕੇ ਏਮਨਾਬਾਦ ਨਗਰ ਦੇ ਲੋਕਾਂ ਦੀ ਕਰਤੂਤ ਸਤਿਗੁਰਾਂ ਨੂੰ ਦੱਸ ਰਹੇ ਨੇ। ਆਉਣ ਵਾਲੇ ਸਮੇਂ ਵਿੱਚ ਇਸ ਨਗਰ 'ਚ ਜੋ ਵਰਤਣਾ ਹੈ, ਜਾਣੀ ਜਾਣ ਸਤਿਗੁਰੂ ਜੀ ਜਾਣਦੇ ਹਨ। ਇਸ ਕਰਕੇ ਭਵਿੱਖਤ ਬਚਨ ਉਚਾਰਨ ਕਰ ਰਹੇ ਨੇ। ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਜੋੜੀਏ। ਸਤਿਗੁਰਾਂ ਦੀ ਸਾਖੀ ਸਰਵਣ ਕਰੀਏ। ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਜਿੱਥੇ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਬੋਰੋ ਦੋ ਸੰਤ ਸੋ ਪੁੱਛੇ। ਜਿਹੜੇ ਉਹ ਦੋਵੇਂ ਸੰਤ ਭਾਈ ਮਰਦਾਨਾ ਜੀ ਨਾਲ ਵਾਪਸ ਸਤਿਗੁਰਾਂ ਕੋਲ ਆਏ ਨੇ, ਉਹਨਾਂ ਦੋਨਾਂ ਫਕੀਰਾਂ ਨੂੰ, ਦੋਨਾਂ ਸੰਤਾਂ ਨੂੰ ਸਤਿਗੁਰੂ ਜੀ ਪੁੱਛਦੇ ਹਨ, ਕਿਸ ਬਿਦ ਹਟਿਆਏ ਤੁਮ ਛੂਛੇ। ਪਾਤਸ਼ਾਹ ਨੇ ਪੁੱਛਿਆ ਉਹਨਾਂ ਫਕੀਰਾਂ ਨੂੰ ਕਿ ਸੰਤ ਜੀ ਤੁਸੀਂ ਨਗਰ ਵਿੱਚ ਕੁਝ ਛਕਣ ਵਾਸਤੇ ਗਏ ਸੀ, ਵੀ ਕੁਝ ਮੰਗ ਕੇ ਲਿਆ ਕੇ ਛਕਾਂਗੇ। ਇਹ ਦੱਸੋ ਕਿ ਖਾਲੀ ਹੱਥ ਕਿਵੇਂ ਆ ਗਏ ਤੁਸੀਂ ਵਾਪਸ। ਸੁਨਤ ਫਕੀਰਨ ਸਰਬ ਬਤਾਈ। ਸੁਣ ਕੇ ਉਹਨਾਂ ਫਕੀਰਾਂ ਨੇ ਨਗਰ ਏਮਨਾਬਾਦ ਵਿੱਚ ਜੋ ਜੋ ਉਹਨਾਂ ਨਾਲ ਬੀਤਿਆ ਹੈ, ਜਾਂ ਭਾਈ ਮਰਦਾਨਾ ਜੀ ਨਾਲ ਜੋ ਬੀਤੀ ਹੈ, ਉਹ ਸਾਰਾ ਕੁਝ ਸਤਿਗੁਰੂ ਜੀ ਨੂੰ ਸਰਵਣ ਕਰਾਉ ਕੇ ਕਹਿਣ ਲੱਗੇ। ਮਰਦਾਨੇ ਕੀ ਚੋਟ ਦਿਖਾਈ। ਭਾਈ ਮਰਦਾਨਾ ਜੀ ਦੇ ਸਰੀਰ ਤੇ ਕੁਝ ਰਗੜਾਂ ਲੱਗੀਆਂ ਸਨ, ਜ਼ਮੀਨ ਤੇ ਡਿੱਗੇ ਸੀ, ਧੱਕਾ ਮਾਰਿਆ ਸੀ ਪਠਾਣਾ ਨੇ। ਭਾਈ ਸਾਹਿਬ ਜੀ ਦੇ ਸਰੀਰ ਦੀਆਂ ਉਹ ਚੋਟਾਂ ਸਤਿਗੁਰਾਂ ਨੂੰ ਇਹਨਾਂ ਫਕੀਰਾਂ ਦੇ ਵਿਖਾਈਆਂ। ਪਾਮਰ ਪੁਰਖ ਰਹੇ ਪੁਰਮਾਈ। ਕਹਿਣ ਲੱਗੇ ਮਹਾਰਾਜ ਇਹ ਨਗਰ ਤਾਂ ਬੜਾ ਭ੍ਰਸ਼ਟਿਆ ਹੋਇਆ ਨਗਰ ਹੈ। ਇਸ ਨਗਰ ਦੇ ਵਿੱਚ ਪਾਮਰ ਪੁਰਸ਼, ਪਾਮਰ ਕਹਿੰਦੇ ਨੇ ਪਾਪੀਆਂ ਨੂੰ, ਵਿਸ਼ਈਆਂ ਨੂੰ। ਇਸ ਨਗਰ ਦੇ ਵਿੱਚ ਬਹੁਤ ਜ਼ਿਆਦਾ ਪਾਮਰ ਤੇ ਵਿਸ਼ਈ ਲੋਕ ਵਸਦੇ ਹਨ। ਹਰ ਸੰਤਨ ਜੈ ਆਦਰ ਨਾਈ। ਜਿਹੜੇ ਹਰੀ ਦੇ ਸੰਤ ਜਨਾਂ ਦਾ, ਰੱਬ ਦੇ ਪਿਆਰਿਆਂ ਦਾ ਕੋਈ ਆਦਰ ਨਹੀਂ ਕਰਦੇ, ਰੱਬ ਦੇ ਪਿਆਰੇ ਸੰਤ ਜਨਾਂ ਦਾ ਕੋਈ ਸਤਿਕਾਰ ਨਹੀਂ ਕਰਦੇ। ਸੇਵਾ ਕਰਨੀ ਰਹੀ ਸੋ ਰੀਤੀ। ਮਹਾਰਾਜ ਜੀ ਇਹਨਾਂ ਨੇ ਸੇਵਾ ਤਾਂ ਕੀ ਕਰਨੀ ਸੀ, ਕਿਸੇ ਆਏ ਗਏ ਮਹਾਂਪੁਰਸ਼ਾਂ ਸਾਧੂਆਂ ਨੂੰ ਜਲ ਪਾਣੀ ਤਾਂ ਕੀ ਪੁੱਛਣਾ ਸੀ। ਬੇਮੁਖ ਦੀਏ ਦੁਖ ਕੀਏ ਵਿਪਰੀਤੀ। ਇਹਨਾਂ ਨੇ ਬੇਮੁਖ ਹੋ ਕੇ ਰੱਬ ਦੇ ਪਿਆਰਿਆਂ ਤੋਂ ਉਲਟ ਕੰਮ ਕੀਤਾ ਹੈ। ਭਾਈ ਮਰਦਾਨੇ ਨੂੰ ਆਪਣੇ ਦਰ ਗਏ ਤੇ ਧੱਕਾ ਮਾਰ ਕੇ ਸੁੱਟਿਆ ਹੈ। ਇਹਨਾਂ ਨੇ ਮਖੌਲ ਉਡਾਇਆ, ਸਾਧੂਆਂ ਦੀ ਖਿੱਲੀ ਉਡਾਈ ਹੈ। ਇਹਨਾਂ ਨੂੰ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਸੰਤ ਪੁਰਸ਼ਾਂ ਨਾਲ ਕੀਤੀ ਮਸ਼ਕਰੀ ਕੁੱਲਾਂ ਗਾਲ ਦਿੰਦੀ ਹੈ। ਸੰਤਨ ਸੇਤੀ ਮਸਕਰੀ ਕੁੱਲ ਕੋ ਦੇਵੈ ਗਾਲ। ਮਹਾਂਪੁਰਸ਼ਾਂ ਸਾਧੂਆਂ ਨਾਲ ਕੀਤੀਆਂ ਹੋਈਆਂ ਮਸ਼ਕਰੀਆਂ ਜਿਹੜੀਆਂ ਹੁੰਦੀਆਂ ਨੇ,
ਉਹ ਕੁੱਲਾਂ ਦਾ ਘਾਤ ਕਰ ਦਿੰਦੀ ਹੈ, ਕੁੱਲਾਂ ਨੂੰ ਗਾਲ ਕੇ ਰੱਖ ਦਿੰਦੀ ਹੈ। ਇਹਨਾਂ ਮੂਰਖਾਂ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਮਹਾਂਪੁਰਸ਼ਾਂ ਦਾ ਸਤਿਕਾਰ ਕਰਨਾ, ਉਹਨਾਂ ਨੂੰ ਜਲ ਪਾਣੀ ਪੁੱਛਣਾ, ਭੋਜਨ ਛਕਾਉਣਾ ਹੈ। ਇਹ ਤਾਂ ਕਿਤੇ ਰਿਹਾ, ਇਹਨਾਂ ਨੇ ਉਲਟਾ ਮਸ਼ਕਰੀ ਕੀਤੀ ਹੈ, ਮਖੌਲ ਉਡਾਇਆ ਹੈ। ਭਾਈ ਮਰਦਾਨੇ ਨੂੰ ਤੇ ਸਾਨੂੰ ਧੱਕੇ ਮਾਰੇ ਹਨ। ਸੁਨਤ ਅਵਗਿਆ ਸੰਤਨ ਕੇਰੀ। ਸਤਿਗੁਰੂ ਗੁਰੂ ਨਾਨਕ ਸਾਹਿਬ ਆਪਣੇ ਪਿਆਰਿਆਂ ਨੂੰ ਆਪਣੇ ਤੋਂ ਵੱਧ ਪ੍ਰੇਮ ਕਰਦੇ ਹਨ। ਸਤਿਗੁਰੂ ਜੀ ਆਪਣੇ ਪਿਆਰਿਆਂ ਤੋਂ ਵੱਧ ਕਿਸੇ ਨਾਲ ਸਨੇਹ ਨਹੀਂ ਕਰਦੇ। ਇਦਾਂ ਕਹਿ ਸਕਦੇ ਹਾਂ ਕਿ ਜਿਵੇਂ ਮਾਂ ਆਪਣੇ ਪੁੱਤ ਨਾਲ ਪਿਆਰ ਕਰਦੀ ਹੈ ਨਾ, ਇਉਂ ਸਤਿਗੁਰੂ ਜੀ ਆਪਣੇ ਪਿਆਰਿਆਂ ਸੇਵਕਾਂ ਨਾਲ, ਰੱਬ ਦੇ ਸੰਤਾਂ ਨਾਲ ਪ੍ਰੇਮ ਕਰਦੇ ਹਨ। ਸਤਿਗੁਰੂ ਜੀ ਨੇ ਸੁਣਿਆ ਕਿ ਨਗਰ ਨਿਵਾਸੀਆਂ ਨੇ ਸੰਤਾਂ ਦੀ ਅਵੱਗਿਆ ਕੀਤੀ ਹੈ, ਇਹਨਾਂ ਦਾ ਅਨਾਦਰ ਕੀਤਾ, ਸਾਡੇ ਸੇਵਕ ਭਾਈ ਮਰਦਾਨੇ ਨੂੰ ਧੱਕੇ ਮਾਰੇ ਨੇ। ਮੇਰੇ ਸਤਿਗੁਰਾਂ ਨੂੰ ਕੁਰਾਈਆ ਕਹਿੰਦੇ ਸਨ ਕਈ ਲੋਕ, ਪਰ ਕਦੇ ਸਤਿਗੁਰੂ ਜੀ ਨੇ ਰੋਸ ਪ੍ਰਗਟ ਨਹੀਂ ਕੀਤਾ। ਪਰ ਜਦੋਂ ਸਤਿਗੁਰਾਂ ਦੇ ਸੇਵਕ ਭਾਈ ਮਰਦਾਨੇ ਨੂੰ ਧੱਕੇ ਵੱਜੇ, ਉਹਨਾਂ ਫਕੀਰਾਂ ਤੇ ਸੰਤਾਂ ਨੂੰ ਧੱਕੇ ਵੱਜੇ, ਤੋਂ ਸਤਿਗੁਰਾਂ ਦੇ ਮਨ ਵਿੱਚ ਰੋਸ ਆਇਆ ਇਹਨਾਂ ਲੋਕਾਂ ਪ੍ਰਤੀ। ਹਾਂਜੀ, ਰਿਸੀ ਉਪਜੀ ਮਨ ਮਾਹੇ ਕਨੇਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਕਿ ਇਹਨਾਂ ਲੋਕਾਂ ਦਾ ਮਾੜਾ ਸਮਾਂ ਨੇੜੇ ਆ ਗਿਆ। ਜਦੋਂ ਦੁਨੀਆ ਦਾ ਅੰਤ ਨੇੜੇ ਆਉਂਦਾ ਹੈ, ਉਦੋਂ ਦੁਨੀਆ ਦੇ ਲੋਕ ਰੱਬ ਦੇ ਪਿਆਰਿਆਂ ਸੰਤਾਂ ਦੀ ਅਵੱਗਿਆ ਕਰਨ ਲੱਗ ਪੈਂਦੇ ਹਨ। ਦੁਨੀਆ ਦੇ ਅੰਤ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਜਦੋਂ ਇਸ ਦੁਨੀਆ ਦਾ ਅੰਤ ਹੋਣ ਲੱਗਦਾ ਹੈ, ਉਸ ਤੋਂ ਪਹਿਲਾਂ ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਸੰਤਾਂ ਦੀ ਅਵੱਗਿਆ ਇਹ ਦੁਨੀਆ ਕਰਨ ਲੱਗ ਪੈਂਦੀ ਹੈ। ਪਾਤਸ਼ਾਹ ਨੇ ਵੇਖ ਲਿਆ ਕਿ ਏਵਨਾਬਾਦ ਨਗਰ ਦਾ ਅੰਤ ਨੇੜੇ ਆ ਗਿਆ ਹੈ। ਤੈਂ ਚਿਨ ਲਾਲੋ ਸਨਮੁਖ ਬੈਸਾ। ਭਾਈ ਸਾਹਿਬ ਭਾਈ ਲਾਲੋ ਜੀ ਜੋ ਸਤਿਗੁਰਾਂ ਦੇ ਸੇਵਕ ਨੇ, ਇਸੇ ਨਗਰ ਦੇ ਰਹਿਣ ਵਾਲੇ ਸਨ, ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਬੈਠੇ ਸਨ। ਤੈਂ ਸੋ ਕਹਿਓ ਸ਼ਬਦ ਮੁਖ ਐਸਾ। ਭਾਈ ਲਾਲੋ ਨੂੰ ਸੰਬੋਧਨ ਕਰਕੇ ਇਸ ਨਗਰ ਵਿੱਚ ਜੋ ਹੋਣਾ ਹੈ, ਇਸ ਨਗਰ ਵਿੱਚ ਜੋ ਬੀਤਣਾ ਹੈ, ਉਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਭਾਈ ਲਾਲੋ ਨੂੰ ਸੰਬੋਧਨ ਕਰਦਿਆਂ ਸ਼ਬਦ ਉਚਾਰਨ ਕੀਤਾ, ਜੋ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ। ਜੈ ਤੇ ਦੁਸ਼ਟ ਪਠਾਨ ਕੁਚਾਲੇ। ਜਿਸ ਤੇ ਦੁਸ਼ਟਾਂ ਪਠਾਣਾਂ ਦੀ ਜਿਹੜੀ ਕੁਚਾਲੀ ਮਾੜਾ ਚਾਲ ਚੱਲਣ ਸੀ ਨਾ ਪਠਾਣਾਂ ਦਾ, ਕਿਉਂਕਿ ਮੁਗਲਾਂ ਦਾ ਰਾਜ ਨਹੀਂ ਸੀ ਹੋਇਆ ਹਾਲੇ, ਪਠਾਣਾਂ ਦਾ ਰਾਜ ਸੀ ਹਿੰਦੁਸਤਾਨ 'ਚ। ਇਹ ਪਠਾਨ ਕਿਵੇਂ ਕੋਝੇ ਕਰਮ ਕਰ ਰਹੇ ਹਨ, ਉਹ ਮਹਾਰਾਜ ਜੀ ਨੇ ਪ੍ਰਗਟ ਕਰਕੇ ਦੱਸੇ ਹਨ। ਮਰੇ ਪਾਈ ਕੈ ਕਸ਼ਟ ਬਿਸਾਲੇ। ਕਿਵੇਂ ਨਾ ਪਠਾਣਾਂ ਦੀ ਮੌਤ ਆਉਣ ਵਾਲੀ ਹੈ, ਕਿਵੇਂ ਭਾਰੀ ਕਸ਼ਟ ਸਹਾਰ ਕੇ ਨਾ ਪਠਾਣਾਂ ਨੇ ਮਰਨਾ ਹੈ। ਤਿਨ ਕੀ ਸਫਾ ਉਠਾਵਨ ਹੇਤੂ। ਇਹਨਾਂ ਮਲੇਛਾਂ ਦੀ ਸਫਾ ਉਠਾਉਣ ਵਾਸਤੇ, ਇਹ ਮਲੇਛਾਂ ਦੀ ਸਫਾ ਸੀ ਨਾ, ਤੇ ਮਲੇਛਾਂ ਦੀ ਸਫਾ ਉਠਾਉਣ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬੋਲੇ ਬਚ ਬੇਦੀ ਕੁਲ ਕੇਤੂ। ਬੇਦੀਆਂ ਦੀ ਕੁਲ ਦੇ ਕੇਤੂ ਗੁਰੂ ਨਾਨਕ ਸਾਹਿਬ ਜੀ ਬੋਲੇ। ਇਹਨਾਂ ਮਲੇਛਾਂ ਦੀ ਸਫਾ ਉਠਾਉਣ ਵਾਸਤੇ ਉੱਠ ਗਈ ਸਫਾ ਮਲੇਛ ਕੀ। ਕਰ ਕੂੜਾ ਪਾਸਾਰ, ਡੰਕਾ ਬਾਜਿਆ ਫਤਿਹ ਕਾ ਨਿਹਕ ਲੰਕੇ ਅਵਤਾਰ। ਇਹਨਾਂ ਮਲੇਛਾਂ ਦੀ ਸਫਾ ਉਠਾਉਣ ਵਾਸਤੇ ਬੇਦੀਆਂ ਦੀ ਕੁਲ ਦੇ ਕੇਤੂ, ਬੇਦੀ ਕੁਲ ਸ਼੍ਰੋਮਣੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ। ਰਾਗ ਤਿਲੰਗ ਵਿੱਚ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਤਿਲੰਗ ਮਹੱਲਾ ਪਹਿਲਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵਿਲਾਲੋ। ਇਸ ਬਾਣੀ ਨੂੰ ਬਾਬਰ ਬਾਣੀ ਕਹਿੰਦੇ ਹਨ। ਕੁਝ ਸ਼ਬਦ ਮਹਾਰਾਜ ਜੀ ਨੇ ਹੋਰ ਵੀ ਉਚਾਰੇ ਨੇ, ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ। ਅੱਗੇ ਜਾ ਕੇ ਉਹ ਸ਼ਬਦ ਆਉਣਗੇ। ਪਾਤਸ਼ਾਹ ਨੇ ਬਾਬਰ ਦੀ ਜਿਹੜੀ ਆਮਦ ਹੋਣੀ ਹੈ ਹਿੰਦੁਸਤਾਨ ਵਿੱਚ, ਬਾਬਰ ਦਾ ਹਮਲਾ ਹੋਣਾ, ਉਹਦੇ ਬਾਰੇ ਪਾਤਸ਼ਾਹ ਦੱਸ ਰਹੇ ਨੇ। ਮਹਾਰਾਜ ਜੀ ਕਹਿੰਦੇ ਵੇ ਲਾਲੋ, ਜਿਵੇਂ ਮੈਨੂੰ ਮੇਰੇ ਖਸਮ ਦੀ ਬਾਣੀ ਉਤਰਦੀ ਆ। ਰਾਗ ਤਿਲੰਗ ਵਿੱਚ ਇਹ ਸ਼ਬਦ ਉਚਾਰਿਆ ਗੁਰੂ ਨਾਨਕ ਸਾਹਿਬ ਨੇ ਕਿ ਜਿਵੇਂ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਖਸਮ ਦੀ ਬਾਣੀ ਮੇਰੇ ਕੋਲ ਉਤਰਦੀ ਹੈ,
ਮੈਂ ਤੈਸੜਾ ਕਰੀ ਗਿਆਨ ਵੇ ਲਾਲੋ। हे ਭਾਈ ਲਾਲੋ, ਉਸੇ ਤਰ੍ਹਾਂ ਦਾ ਗਿਆਨ ਮੈਂ ਆਪਣੀ ਰਸਨਾ ਤੋਂ ਕਥਨ ਕਰਕੇ ਸੁਣਾਉਂਦਾ ਹਾਂ ਜਿਵੇਂ ਮੇਰੇ ਹਿਰਦੇ ਵਿੱਚ ਮੇਰੇ ਖਸਮ ਦੇ ਘਰੋਂ ਉਤਰ ਰਿਹਾ ਹੈ। ਆਉਣ ਵਾਲੇ ਸਮੇਂ 'ਚ ਜੋ ਵਰਤਾਰਾ ਵਰਤਣਾ ਉਹ ਤੈਨੂੰ ਦੱਸਦੇ ਹਾਂ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵਿਲਾਲੂ। ਮਹਾਰਾਜ ਜੀ ਨੇ ਵਿਆਹ ਦਾ ਅਲੰਕਾਰ ਬੰਨਿਆ ਕਿ ਹਿੰਦੁਸਤਾਨ ਰੂਪੀ ਵਹੁਟੀ ਨੂੰ ਵਿਆਹਣ ਵਾਸਤੇ ਜੰਜ ਲੈ ਕੇ ਆਉਣੀ ਹੈ। ਜੰਜ ਦੇ ਨਾਲ ਕੇਸਰ ਤੇ ਕੁੰਕਮ ਦਾ ਚੰਦਨ ਦਾ ਚਰਚਣ ਹੁੰਦਾ ਹੈ। ਇੱਥੇ ਕਿਹੜਾ ਚਰਚਣ ਹੋਣਾ ਹੈ, ਕਿਵੇਂ ਸ਼ਾਦੀ ਹੋਣੀ ਹੈ। ਔਰ ਅਕਸਰ ਵਿਆਹ ਸ਼ਾਦੀਆਂ ਵਿੱਚ ਬ੍ਰਾਹਮਣ ਜਾਂ ਕਾਜੀ ਜਿਹੜੇ ਨੇ ਉਹ ਵਿਆਹ ਪੜ੍ਹਦੇ ਹੁੰਦੇ ਆ। ਇੱਥੇ ਹਿੰਦੁਸਤਾਨ ਰੂਪੀ ਇਸ ਬਹੂ ਨੂੰ ਵਿਆਹਣ ਵਾਸਤੇ ਜਿਹੜੇ ਪਾਪੀਆਂ ਨੇ ਜੰਜ ਲੈ ਕੇ ਆਉਣਾ, ਉਦੋਂ ਕਿਹੜੇ ਵਿਆਹ ਕੌਣ ਪੜਨਗੇ, ਉਹ ਸਾਰਾ ਅਲੰਕਾਰ ਮਹਾਰਾਜ ਜੀ ਨੇ ਇਸ ਸ਼ਬਦ 'ਚ ਬੰਨਿਆ। ਮਹਾਰਾਜ ਜੀ ਕਹਿੰਦੇ ਪਾਪ ਦੀ ਜੰਜ ਲੈ ਕੇ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਕਾਬਲ ਤੋਂ ਭੱਜ ਕੇ ਆਵੇਗਾ ਦੌੜ ਕੇ, ਯਾਨੀ ਕਿ ਬਾਬਰ ਆਵੇਗਾ ਪਾਪੀਆਂ ਦੀ ਜੰਜ ਲੈ ਕੇ ਇਹਨਾਂ ਨੂੰ ਵਿਆਹਣ ਵਾਸਤੇ। ਹਿੰਦੁਸਤਾਨ ਰੂਪੀ ਬਹੂ ਨੂੰ ਵਿਆਹਣ ਵਾਸਤੇ, ਵਰਨ ਵਾਸਤੇ ਪਾਪ ਦੀ ਜੰਜ ਲੈ ਕੇ ਬਾਬਰ ਚੜ ਕੇ ਆਵੇਗਾ। ਜੋਰੀ ਮੰਗਾ ਦਾਨ ਵੇ ਲਾਲੋ, ਹਿੰਦੁਸਤਾਨ ਦੇ ਕੋਲੋਂ ਜੋਰੂਆਂ ਦਾ, ਇਸਤਰੀਆਂ ਦਾ ਦਾਨ ਮੰਗੇਗਾ ਲਾਲੋ। ਯਾਨੀ ਕਿ ਨਾ ਪਠਾਣਾ ਦੀਆਂ ਘਰ ਵਾਲੀਆਂ, ਸੈਦਾਂ ਦੀਆਂ ਘਰ ਵਾਲੀਆਂ, ਸੈਦਾਨੀਆਂ ਨੂੰ ਜਬਰੀ ਉਹਨਾਂ ਦੇ ਜਿਹੜੇ ਪਠਾਣ ਨੇ ਉਹ ਵਰਨਗੇ, ਲੈ ਕੇ ਜਾਣਗੇ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਆਪਣੇ ਜ਼ੋਰ ਨਾਲ ਹਿੰਦੁਸਤਾਨ ਦਾ ਉਹ ਦਾਨ ਮੰਗੇਗਾ ਵੀ ਇਹ ਰਾਜ ਮੈਂ ਲੈਣਾ, ਇਹ ਵੀ ਅਰਥ ਕੀਤਾ ਜਾਂਦਾ ਹੈ। ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੂ। ਵੇ ਲਾਲੋ, ਜਦੋਂ ਬਾਬਰ ਆਵੇਗਾ ਪਾਪ ਦੀ ਜੰਜ ਲੈ ਕੇ, ਜੋਰੀਆਂ ਦਾ, ਜੋਰੂਆਂ ਦਾ ਦਾਨ ਮੰਗਣਗੇ ਉਹ ਪਾਪੀ ਮਲੇਛ, ਤਾਂ ਉਸ ਵੇਲੇ ਸ਼ਰਮ ਤੇ ਧਰਮ ਦੋਵੇਂ ਛੱਪ ਖਲੋਣਗੇ। ਕੂੜ ਤੇ ਝੂਠ ਇਹ ਸੰਸਾਰ ਦੇ ਵਿੱਚ ਪ੍ਰਧਾਨ ਹੋ ਕੇ ਲਾਲੋ ਫਿਰੇਗਾ। ਕਾਜੀਆਂ ਬਾਮਣਾ ਕੀ ਗੱਲ ਥੱਕੀ, ਆਮ ਕਰਕੇ ਵਿਆਹ ਮੁਸਲਮਾਨਾਂ ਦੇ ਹੋਣ ਤਾਂ ਕਾਜੀ ਪੜ੍ਹਦੇ ਨੇ ਨਿਕਾਹ, ਹਿੰਦੂਆਂ ਦੇ ਵਿਆਹ ਹੋਣ ਤਾਂ ਬ੍ਰਾਹਮਣ ਆਦਿਕ ਪੜ੍ਹਦੇ ਨੇ। ਪਰ ਕਹਿੰਦੇ ਇੱਥੇ ਜਿਹੜੀਆਂ ਸ਼ਾਦੀਆਂ ਹੋਣੀਆਂ ਨੇ ਲਾਲੋ, ਨਾ ਕਿਸੇ ਕਾਜੀ ਨੇ ਆ ਕੇ ਨਿਕਾਹ ਪੜ੍ਹਨਾ ਹੈ, ਨਾ ਕਿਸੇ ਬਾਹਮਣ ਨੇ ਆ ਕੇ ਇੱਥੇ ਵਿਆਹ ਪੜ੍ਹਨਾ ਹੈ। ਅਗਦ ਪੜੇ ਸੈਤਾਨ ਵੇ ਲਾਲੂ। ਉਦੋਂ ਤਾਂ ਅਗਦ ਜਿਹੜੇ ਨੇ ਸ਼ਾਸਤਰ ਨੇ ਉਹ ਸ਼ੈਤਾਨ, ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਨੇ, ਉਹਨਾਂ ਨੇ ਆ ਕੇ ਅਗਦ ਪੜ੍ਹਨੇ ਨੇ। ਕਾਮੀਆਂ ਨੇ ਜਬਰੀ ਲੋਕਾਂ ਦੀਆਂ ਇਸਤਰੀਆਂ ਨੂੰ ਪਕੜ ਲੈਣਾ ਹੈ। ਇਸ ਪ੍ਰਕਾਰ ਨਾਲ ਇਹ ਸ਼ੈਤਾਨੀ ਬਿਰਤੀ ਧਾਰਨ ਕਰਕੇ ਫਿਰਨਗੇ। ਮੁਸਲਮਾਨੀਆਂ ਪੜੇ ਕਤੇਬਾ, ਔਰ ਮੁਸਲਮਾਨਣੀਆਂ ਜਿਹੜੀਆਂ ਹੁਣ ਇਸ ਵਕਤ ਲੁਕ ਕੇ ਹਰਮਾਂ ਦੇ ਵਿੱਚ ਕਤੇਬਾਂ ਪੜ੍ਹਦੀਆਂ ਹਨ। ਕਸ਼ਟ ਮੈਂ ਕਰੇ ਖੁਦਾਏ ਵੇ ਲਾਲੂ। ਜਦੋਂ ਇਹਨਾਂ ਤੇ ਕਸ਼ਟ ਆਉਣਾ ਇਹਨਾਂ ਪਠਾਣਾਂ ਦੇ ਉੱਤੇ, ਤੇ ਉਸ ਕਸ਼ਟ ਦੇ ਵਿੱਚ ਯਾ ਖੁਦਾ ਕਰਨਗੀਆਂ। ਪਰ ਕਿਸੇ ਨੇ ਇਹਨਾਂ ਦੀ ਪੁਕਾਰ ਨਹੀਂ ਸੁਣਨੀ, ਜੋ ਹਾਲਾਤ ਇਹਨਾਂ ਦੇ ਹੋਣੇ ਹਨ। ਜਾਤ ਸਨਾਤੀ ਹੋਰ ਇੰਦਵਾਣੀਆਂ, ਜਿਹੜੀਆਂ ਚੰਗੀ ਜਾਤੀ ਦੀਆਂ ਜਾਂ ਨੀਚ ਜਾਤੀ ਦੀਆਂ, ਉਹਨਾਂ ਪਠਾਣਾਂ ਤੋਂ ਇਲਾਵਾ ਜਿਹੜੀਆਂ ਇਸ ਨਗਰ 'ਚ ਹਿੰਦਵਾਣੀਆਂ, ਹਿੰਦੂ ਇਸਤਰੀਆਂ ਵੀ ਰਹਿੰਦੀਆਂ ਹਨ। ਇਹ ਪੀਲੇ ਕੇ ਲਾਏ ਵੇ ਲਾਲੂ। ਲਾਲੋ ਉਹਨਾਂ ਨੇ ਕੁਝ ਨਹੀਂ ਵੇਖਣਾ, ਉੱਚੀ ਨੀਵੀਂ ਜਾਤ ਨਹੀਂ ਵੇਖਣੀ, ਇਹ ਨਹੀਂ ਵੇਖਣਾ ਹਿੰਦੂ ਹੈ ਮੁਸਲਮਾਨ ਹੈ। ਉਹਨਾਂ ਸਾਰੀਆਂ ਔਰਤਾਂ ਦੇ ਉੱਤੇ ਉਹਨਾਂ ਦਾ ਧੱਕਾ ਚੱਲਣਾ ਹੈ। ਉਹਨਾਂ ਮੁਗਲਾਂ ਨੇ ਆ ਕਰਕੇ ਹਮਲਾ ਕਰਨਾ, ਇਹਨਾਂ ਤੇ ਕਸ਼ਟ ਆਉਣਾ ਹੈ। ਖੂਨ ਕੇ ਸੋਇਲੇ ਗਾਵੀਏ ਨਾਨਕ। ਜਿਵੇਂ ਵਿਆਹ ਦੇ ਵਿੱਚ ਸੋਇਲੇ ਗਾਏ ਜਾਂਦੇ ਆ, ਇੱਥੇ ਖੂਨ ਦੇ ਸੋਇਲੇ ਗਾਏ ਜਾਣਗੇ। ਭਾਈ ਲਾਲੋ, ਇਹੋ ਜਿਹਾ ਵਿਆਹ ਹੋਵੇਗਾ ਇੱਥੇ ਕਿ ਇੱਥੇ ਖੂਨ ਦੇ ਸੋਇਲੇ ਗਾਏ ਜਾਣਗੇ। ਘਰ ਘਰ ਵਿੱਚ ਖੂਨ ਡੁੱਲਿਆ ਹੋਵੇਗਾ ਔਰ ਉਹਨਾਂ ਘਰਾਂ ਵਿੱਚ ਬੈਠੀਆਂ ਇਸਤਰੀਆਂ ਸੋਇਲੇ ਗਾਉਣਗੀਆਂ, ਯਾਨੀ ਕਿ ਵੈਣ ਪਾਉਣਗੀਆਂ ਤੇ ਪਿੱਟਣਗੀਆਂ ਦੁਹੱਥੜੇ ਮਾਰ ਮਾਰ ਕੇ। ਰਤ ਕਾ ਕੁੰਗੂ ਪਾਏ ਵੇ ਲਾਲੂ। ਜਿਵੇਂ ਵਿਆਹ ਤੇ ਕੁੰਗੂ ਚਰਚਿਆ ਜਾਂਦਾ, ਇੱਥੇ ਰਤ ਦੇ ਖੂਨ ਦੇ ਛਿੱਟੇ ਹੋਣਗੇ ਸਾਰੀਆਂ ਕੰਧਾਂ ਤੇ। ਏਮਨਾਬਾਦ ਨਗਰ ਦੀ ਕੋਈ ਗਲੀ, ਕੋਈ ਕੂਚਾ, ਕੋਈ ਘਰ, ਕੋਈ ਦੀਵਾਰ ਖਾਲੀ ਨਾ ਰਹੇਗੀ
ਜਿਹਦੇ ਤੇ ਖੂਨ ਦੀਆਂ ਰਤ ਦੀਆਂ ਛਿੱਟਾਂ ਨਾ ਪਈਆਂ ਹੋਣਗੀਆਂ, ਘਰ ਘਰ ਦੇ ਰਤ ਦਾ ਕੁੰਗੂ ਖਿਲਰਿਆ ਹੋਵੇਗਾ। ਜੋ ਪਈ ਇਸ ਕੋ ਕਰੋ ਅਰਥ ਬਖਾਨ। ਸਤਿਗੁਰੂ ਜੀ ਹੁਣ ਇਸ ਸ਼ਬਦ ਦਾ ਅਰਥ ਬਿਆਨ ਕਰਕੇ ਸੁਣਾਉਂਦੇ ਨੇ, ਸੁਣੋ ਜੀ। ਸੁਨੀਏ ਸ਼ਰੋਤਾ ਦੇ ਕਰ ਕਾਨ। ਇਹ ਗੁਰੂ ਕੀ ਕਥਾ ਸੁਣਨ ਵਾਲਿਓ ਸਰੋਤਾ ਜਨੋ, ਸਤਿਗੁਰੂ ਜੀ ਦੇ ਇਸ ਉਚਾਰਨ ਕੀਤੇ ਗਏ ਪਾਵਨ ਸ਼ਬਦ ਦੇ ਅਰਥ ਤੇ ਵਿਆਖਿਆ ਆਪ ਜੀ ਧਿਆਨ ਨਾਲ ਸੁਣੋ। ਲਾਲੋਂ ਸੋ ਗੁਰ ਗਿਰਾ ਅਲਾਈ। ਇਹ ਸਾਰਾ ਸ਼ਬਦ ਭਾਈ ਲਾਲੋ ਨੂੰ ਸੰਬੋਧਨ ਕਰਕੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤਾ ਹੈ। ਐਸੇ ਨੇ ਮਨ ਮੈਂ ਤੂੰ ਲਿਆਏ। ਮਹਾਰਾਜ ਜੀ ਕਹਿੰਦੇ ਭਾਈ ਲਾਲੋ ਇਸ ਤਰ੍ਹਾਂ ਆਪਣੇ ਮਨ ਵਿੱਚ ਨਾ ਲਿਆਵੀਂ। ਸਰਾਪ ਦੇਤ ਰੋਸ ਮਨ ਕੀਨੋ। ਭਾਈ ਲਾਲੋ ਜੀ ਕਹਿਣ ਲੱਗੇ ਮਹਾਰਾਜ ਆਪ ਜੀ ਇਹ ਸ਼ਰਾਪ ਦੇ ਰਹੇ ਹੋ ਨਗਰ ਨੂੰ ਕਿ ਇਹ ਸੇਵਨਾਬਾਦ ਨਗਰ ਪ੍ਰਤੀ ਰੋਸ ਕਰਕੇ ਆਪ ਜੀ ਸ਼ਰਾਪ ਦੇ ਰਹੇ ਹੋ। ਸਾਹਿਬ ਕੀ ਆਇਸਈ ਚੀਨੋ। ਮਹਾਰਾਜ ਜੀ ਕਹਿੰਦੇ ਨਾ ਲਾਲੋ ਇਹ ਸ਼ਰਾਪ ਨਹੀਂ, ਇਹ ਅਕਾਲ ਪੁਰਖ ਦੀ ਆਗਿਆ ਹੈ, ਜੋ ਵਰਤਣੀ ਹੈ ਉਹ ਅਸੀਂ ਸਰਵਣ ਕਰਾਈ ਹੈ। ਇਹ ਪਰਮੇਸ਼ਰ ਦਾ ਹੁਕਮ ਹੈ ਅਮੋੜ, ਜਿਹਨੂੰ ਕੋਈ ਨਹੀਂ ਮੋੜ ਸਕਦਾ। ਜਿਹੜਾ ਹੁਕਮ ਨਿਰੰਕਾਰ ਦਾ ਵਰਤਣਾ ਇਸ ਨਗਰ ਏਵਨਾਬਾਦ ਵਾਸਤੇ ਅਸੀਂ ਉਹ ਸਰਵਣ ਕਰਾਇਆ। ਇਹ ਅਕਾਲ ਪੁਰਖ ਦੀ ਆਇਸ ਹੈ, ਪਰਮੇਸ਼ਰ ਦੀ ਆਗਿਆ ਹੈ। ਜਿਉ ਵਾਹਿਗੁਰੂ ਕਰਤ ਰਜਾਈ। ਮਹਾਰਾਜ ਜੀ ਕਹਿੰਦੇ ਜਿਵੇਂ ਪਰਮੇਸ਼ਰ ਰਜਾ ਕਰਦਾ ਹੈ, ਅਕਾਲ ਪੁਰਖ ਜੀ ਜਿਵੇਂ ਹੁਕਮ ਫਰਮਾਉਂਦੇ ਹਨ, ਐਸੇ ਹੀ ਮੈਂ ਕੈਤ ਬਣਾਈ। ਜਿਵੇਂ ਪਰਮੇਸ਼ਰ ਦੇ ਘਰੋਂ ਹੁਕਮ ਵਰਤਦਾ ਤਿਵੇਂ ਮੈਂ ਰਸਨਾ ਤੋਂ ਚਾਰਦਾ ਹਾਂ। ਮਹਾਰਾਜ ਜੀ ਕਹਿੰਦੇ ਮੈਂ ਆਪਣੇ ਆਪ ਨਹੀਂ ਪਿਆ ਬੋਲਦਾ ਭਾਈ ਲਾਲੋ, ਜਿਵੇਂ ਨਿਰੰਕਾਰ ਦੇ ਘਰ ਵਿੱਚੋਂ ਪਰਮੇਸ਼ਰ ਦਾ ਹੁਕਮ ਵਰਤ ਰਿਹਾ, ਉਹਦੇ ਹੁਕਮ ਦੇ ਵਿੱਚ ਬੋਲ ਰਿਹਾ, ਉਹਦੀ ਆਗਿਆ ਦੇ ਵਿੱਚ ਬੋਲ ਰਿਹਾ ਹਾਂ। ਲੋਕਨ ਇਹਾਂ ਪਾਪ ਜੋ ਕੀਨੰ। ਏਵਨਾਬਾਦ ਨਗਰ ਵਿੱਚ ਇਹਨਾਂ ਲੋਕਾਂ ਨੇ ਜਿਹੜਾ ਪਾਪ ਕੀਤਾ ਜਾਂ ਜਿਹੜੇ ਪਾਪ ਪਹਿਲਾਂ ਕੀਤੇ ਨੇ ਜਾਂ ਹੁਣ ਕਰ ਰਹੇ ਨੇ, ਸਾਡੇ ਸੇਵਕ ਭਾਈ ਮਰਦਾਨੇ ਨੂੰ ਇਹਨਾਂ ਧੱਕੇ ਮਾਰੇ ਹਨ। ਆ ਮਹਾਂਪੁਰਸ਼ਾਂ ਫਕੀਰਾਂ ਦੀ ਖਿੱਲੀ ਉਡਾਈ ਹੈ। ਪਹਿਲਾਂ ਵੀ ਇਹਨਾਂ ਪਾਪੀਆਂ ਨੇ ਗਰਕ ਜਾਣ ਵਾਲੇ ਪਾਪ ਕੀਤੇ ਨੇ। ਇਸ ਏਵਨਾਬਾਦ ਨਗਰ ਦੇ ਲੋਕਾਂ ਨੇ ਜਿਹੜੇ ਪਾਪ ਕੀਤੇ ਹਨ, ਸੋ ਕਾਬਲ ਮੈਂ ਤਨ ਧਰ ਲੀਨੰ। ਇਹਨਾਂ ਦੇ ਪਾਪਾਂ ਦੇ ਫਲ ਨੇ ਕਾਬਲ ਵਿੱਚ ਸਰੀਰ ਧਾਰਨ ਕਰ ਲਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਾਪ ਇਹਨਾਂ ਨੇ ਇੱਥੇ ਕੀਤੇ ਨੇ ਤੇ ਇਹਨਾਂ ਦੇ ਪਾਪਾਂ ਦਾ ਜਿਹੜਾ ਫਲ ਹੈ ਨਾ ਉਹ ਕਾਬਲ ਵਿੱਚ ਜੰਮ ਪਿਆ। ਯਾਨੀ ਕਿ ਬਾਬਰ ਨੇ 5 ਹਮਲੇ ਕੀਤੇ ਸਨ ਹਿੰਦੁਸਤਾਨ ਤੇ, ਕਾਮਯਾਬ ਨਹੀਂ ਹੋਇਆ, ਪਰ ਗੁਰੂ ਬਾਬੇ ਦੀ ਸ਼ਰਨ ਵਿੱਚ ਆਇਆ ਤੇ ਹਿੰਦੁਸਤਾਨ ਤੇ ਕਾਬਜ ਹੋ ਗਿਆ। ਕਹਿਣ ਲੱਗੇ ਕਿ ਇਹਨਾਂ ਦੇ ਕੀਤੇ ਪਾਪ ਕਰਮਾਂ ਦਾ ਫਲ ਜੋ ਇਹਨਾਂ ਨੂੰ ਪ੍ਰਾਪਤ ਹੋਣਾ ਹੈ, ਉਹਨੇ ਕਾਬਲ ਦੇ ਵਿੱਚ ਜਨਮ ਲੈ ਲਿਆ ਹੈ। ਅਗ ਕੋ ਫਲ ਦੁਖ ਦੇ ਕਨੇਰਾ। ਇਹਨਾਂ ਦੇ ਕੀਤੇ ਹੋਏ ਪਾਪ ਦਾ ਫਲ ਉਹ ਦੇਵੇਗਾ ਕਿ ਬਹੁਤਾ ਕਰਕੇ ਜਿਹੜੇ ਪਾਪ ਇਹਨਾਂ ਨੇ ਕੀਤੇ ਨੇ, ਇਹਨਾਂ ਦੇ ਪਾਪਾਂ ਦਾ ਫਲ ਉਹ ਆ ਕੇ ਦੇਵੇਗਾ। ਬਿਨ ਦੀਨੇ ਨੇ ਹੋਏ ਨਿਬੇਰਾ। ਜਦੋਂ ਤੱਕ ਇਹਨਾਂ ਨੂੰ ਆਪਣੀ ਕੀਤੀ ਦਾ ਫਲ ਨਹੀਂ ਮਿਲਣਾ, ਉਦੋਂ ਤੱਕ ਨਬੇੜਾ ਨਹੀਂ ਹੋਣਾ। ਨਬੇੜਾ ਹੋਣਾ ਹੀ ਉਦੋਂ ਹੈ ਜਦੋਂ ਆ ਕੇ ਇਹਨਾਂ ਦੀ ਕੀਤੀ ਦਾ ਇਹਨਾਂ ਨੂੰ ਫਲ ਭੁਗਤਾਵੇਗਾ। ਦੋਹਰਾ ਮੁਗਲ ਰੂਪ ਧਰਿਆ ਵਈ, ਮੰਗੇ ਬਲ ਸੋ ਦਾਨ। ਮਹਾਰਾਜ ਜੀ ਕਹਿੰਦੇ ਉਹ ਮੁਗਲ ਆਉਣਗੇ ਰੂਪ ਧਾਰਨ ਕਰਕੇ ਲਾੜੇ ਬਣ ਕੇ, ਔਰ ਹਿੰਦੁਸਤਾਨ ਵਿੱਚ ਆ ਕੇ ਜਬਰੀ ਇਹਨਾਂ ਕੋਲੋਂ ਜੋਰੂਆਂ ਦਾ ਦਾਨ ਮੰਗਣਗੇ। ਸਰਮ ਧਰਮ ਕਲ ਕਾਲ ਮੈਂ ਭਾਈ ਸਰਬ ਕੀ ਹਾਨ। ਵੇ ਭਾਈ ਲਾਲੋ ਇਸ ਕਲੀ ਕਾਲ ਦੇ ਸਮੇਂ 'ਚ ਨਾ ਲੋਕਾਂ 'ਚ ਸ਼ਰਮ ਰਹੀ ਆ ਨਾ ਧਰਮ ਰਿਹਾ ਹੈ। ਸ਼ਰਮ ਤੇ ਧਰਮ ਦੋਵੇਂ ਛਪ ਗਏ ਨੇ, ਔਰ ਇਹ ਲੋਕ ਨਿਡਰ ਹੋ ਗਏ ਨੇ, ਨਿਸ਼ਰਮ ਹੋ ਗਏ ਨੇ, ਨਚੱਕ ਹੋ ਗਏ ਨੇ। ਜੋ ਪਈ ਮੰਤਰੀ ਫਿਰੇ ਕੂਰੇ ਅਬੋਈ। ਔਰ ਜਿਹੜੇ ਮੰਤਰੀ ਨੇ, ਵਜ਼ੀਰ ਨੇ ਵੱਡੇ ਵੱਡੇ ਰਾਜਿਆਂ ਦੇ,
ਇਹ ਝੂਠੇ ਹੋ ਕੇ ਝੂਠ ਬੋਲਦੇ ਨੇ, ਕੂੜ ਪ੍ਰਧਾਨ ਫਿਰਦਾ ਹੈ। ਪੁਨ ਕਾਜੀ ਦਿਜ ਬਰੈ ਜੋਈ। ਔਰ ਜਿਹੜੇ ਕਾਜੀ ਤੇ ਬ੍ਰਾਹਮਣ ਨੇ ਉਹਨਾਂ ਦੀਆਂ ਗੱਲਾਂ ਥੱਕ ਗਈਆਂ ਨੇ, ਹੁਣ ਉਹ ਨਹੀਂ ਆ ਕੇ ਵਿਆਹ ਨਿਕਾਹ ਪੜਦੇ। ਤਿਨ ਕੋ ਕਹਿਓ ਨਾ ਮਾਨੇ ਕੋਈ। ਨਾ ਹੁਣ ਕਿਸੇ ਕਾਜੀ ਦਾ ਕੋਈ ਕਹਿਣਾ ਮੰਨਦਾ ਤੇ ਨਾ ਕੋਈ ਬ੍ਰਾਹਮਣ ਦਾ ਕਹਿਣਾ ਮੰਨਦਾ। ਕਰੇ ਨਿਕਾਹ ਸ਼ੈਤਾਨੀ ਸੋਈ। ਔਰ ਸ਼ੈਤਾਨੀ ਨਿਕਾਹ ਕਰਦੇ ਨੇ, ਯਾਨੀ ਕਿ ਬਲਾਤਕਾਰ ਆਦਿਕ ਜੈਸੀਆਂ ਭੈੜੀਆਂ ਪ੍ਰਵਿਰਤੀਆਂ 'ਚ ਲੋਕ ਪ੍ਰਵਿਰਤ ਹੁੰਦੇ ਆ। ਇਹਨਾਂ ਨੂੰ ਸ਼ੈਤਾਨੀ ਨਿਕਾਹ ਕਹਿੰਦੇ ਹਨ ਕਿ ਜਿਹਦੇ 'ਚ ਕਿਸੇ ਕਾਜੀ ਨੇ ਜਾਂ ਬ੍ਰਾਹਮਣ ਨੇ ਆ ਕੇ ਸ਼ਾਦੀ ਨਹੀਂ ਕਰਾਉਣੀ। ਇਹ ਬਲਾਤਕਾਰ ਜੈਸੀਆਂ ਭੈੜੀਆਂ ਪ੍ਰਵਿਰਤੀਆਂ 'ਚ ਪ੍ਰਵਿਰਤ ਹੋਣ ਵਾਲੇ ਲੋਕ ਹਨ। ਅੰਗਨਾ ਸੁੰਦਰ ਦੇਖ ਲੁਭਾਈ। ਜਿਸ ਦੇ ਘਰ ਦੇ ਵਿੱਚ ਸੋਹਣੀਆਂ ਇਸਤਰੀਆਂ ਵੇਖਣਗੇ ਇਹ ਲੁਭਾਏਬਾਨ ਹੋਣਗੇ। ਬਲ ਸੋ ਭੋਗੇ ਲੈ ਮੰਗਾਈ। ਉਹ ਜਿਹੜੇ ਮੁਗਲ ਆਉਣਗੇ ਬਲ ਦੇ ਨਾਲ ਆਪਣਾ ਜ਼ਬਰ ਚਲਾਉਣਗੇ, ਜ਼ੋਰਾਂ ਦਾ ਦਾਨ ਮੰਗਣਗੇ। ਪੜੇ ਕਤੇਬਾ ਮੁਸਲਮਾਨੀ। ਜਿਹੜੀਆਂ ਮੁਸਲਮਾਨਣੀਆਂ ਆਪਣੇ ਘਰਾਂ ਤੇ ਹਰਮਾਂ 'ਚ ਬੈਠੀਆਂ ਕਤੇਬਾਂ ਪੜ੍ਹਦੀਆਂ ਹਨ। ਕਹੇ ਖੁਦਾਏ ਸਰਬ ਮੈਂ ਜਾਨੀ। ਜਿਹੜੀਆਂ ਕਹਿੰਦੀਆਂ ਨੇ ਕਿ ਸਾਡੀ ਵੇਦਨ ਸਾਡੀ ਪੀੜਾ ਖੁਦਾ ਜਾਣਦਾ ਹੈ। ਦੇਤ ਗਰੀਬਨ ਕੋ ਦੁੱਖ ਭਾਰੀ। ਔਰ ਇਹ ਬੈਠੀਆਂ ਆਪਣੇ ਹਰਮਾਂ ਦੇ ਵਿੱਚ ਕਤੇਬਾਂ ਪੜ੍ਹਦੀਆਂ, ਕਿਸੇ ਆਏ ਗਏ ਮਹਾਂਪੁਰਸ਼ ਦੀ ਸੇਵਾ ਟਹਿਲ ਨਹੀਂ ਕਰਦੀਆਂ, ਸਗੋਂ ਗਰੀਬਾਂ ਨੂੰ ਦੁੱਖ ਦਿੰਦੀਆਂ ਹਨ। ਤੈ ਕੋ ਫਲ ਹੋਏ ਕਸ਼ਟ ਅਪਾਰੀ। ਕਤੇਬਾਂ ਪੜਿਆਂ ਦਾ ਕੀ ਫਾਇਦਾ ਹੈ ਭਾਈ ਲਾਲੋ, ਜੇ ਕਿਸੇ ਗਰੀਬ ਤੇ ਤਰਸ ਨਹੀਂ ਕੀਤਾ, ਦਇਆ ਨਹੀਂ ਕੀਤੀ। ਜਦੋਂ ਇਹਨਾਂ ਤੇ ਕਸ਼ਟ ਆਉਣਾ, ਉਸ ਕਸ਼ਟ ਦੇ ਵਿੱਚ ਇਹਨਾਂ ਨੇ ਯਾ ਖੁਦਾ ਕਰਨਾ ਹੈ, ਪਰ ਕਿਸੇ ਨੇ ਇਹਨਾਂ ਦੀ ਪੁਕਾਰ ਨਹੀਂ ਸੁਣਨੀ। ਇਹੋ ਜਿਹਾ ਫਲ ਇਹਨਾਂ ਨੂੰ ਆਪਣੀ ਕਰਨੀ ਦਾ ਭੋਗਣਾ ਪਵੇਗਾ। ਜਬੇ ਮਾਰ ਪਰ ਹੈ ਤਿੰਨ ਤਾਈ। ਭਾਈ ਲਾਲੋ ਜਦੋਂ ਇਹਨਾਂ ਨੂੰ ਆਪਣੇ ਕੀਤੇ ਕਰਮਾਂ ਦੀ ਮਾਰ ਪੈਣੀ ਹੈ, ਸਜ਼ਾ ਮਿਲਣੀ ਹੈ। ਇਹ ਖੁਦਾਏ ਕਿਆ ਕਰੇ ਅਲਾਈ। ਆਖਣਗੀਆਂ ਇਹ ਸਾਰੇ ਮੁਸਲਮਾਨ ਤੁਰਕਾਣੀਆਂ ਹਿੰਦਵਾਣੀਆਂ ਆਖਣਗੀਆਂ, ਹੇ ਖੁਦਾ ਅਸੀਂ ਕੀ ਕਰੀਏ, ਅਸੀਂ ਕੀ ਕਰੀਏ। ਫਿਰ ਇਸ ਤਰ੍ਹਾਂ ਇਹ ਪੁਕਾਰਾ ਕਰਨਗੇ। ਦੋਹਰਾ ਨੀਚ ਜਾਤ ਪੁਨ ਇੰਦੁਣੀ ਗੈ ਮੰਗਵਾਏ ਸੋਏ। ਇਹ ਨੀਚ ਜਾਤੀਆਂ ਦੀਆਂ, ਚਾਹੇ ਉੱਚੀ ਜਾਤੀਆਂ ਦੀਆਂ, ਚਾਹੇ ਤੁਰਕਾਣੀਆਂ ਤੇ ਚਾਹੇ ਹਿੰਦੜੀਆਂ, ਉਹਨਾਂ ਸਾਰੀਆਂ ਜੀ ਇਸਤਰੀਆਂ ਨੂੰ ਇਹ ਫੜ ਕੇ ਮੁਗਲ ਜਿਹੜੇ ਨੇ ਇਹ ਜਬਰੀ ਆਪਣੇ ਪਾਸ ਮੰਗਵਾਉਣਗੇ। ਗਾਏ ਖੂਨ ਕੇ ਸੋਹੇਲੇ ਰਤ ਕਾ ਕੁੰਗੂ ਹੋਏ। ਭਾਈ ਲਾਲੋ ਇੱਥੇ ਖੂਨ ਦੇ ਸੋਹਲੇ ਗਾਏ ਜਾਣਗੇ, ਘਰ ਘਰ ਵਿੱਚ ਵੈਣ ਪੈਣਗੇ, ਸੱਥਰ ਵਿਛਣਗੇ, ਘਰ ਘਰ ਦੇ ਵਿੱਚ ਖੂਨ ਦੇ ਚਰਚਣ ਹੋਣਗੇ, ਰਤ ਦਾ ਕੁੰਗੂ ਖਿਲਰਿਆ ਹੋਵੇਗਾ। ਜੋ ਪਈ ਲਾਲੋ ਬੈਠੋ ਹੁਤੋ ਅਗਾਰੀ। ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ, ਭਾਈ ਲਾਲੋ ਜੀ ਸਤਿਗੁਰਾਂ ਦੇ ਸਨਮੁਖ ਬੈਠੇ ਸੁਣਦੇ ਸਨ। ਸੁਨ ਬੂਜਨ ਇਤ ਗਿਰਾ ਉਚਾਰੀ। ਮਹਾਰਾਜ ਜੀ ਦੇ ਬਚਨ ਸੁਣ ਕੇ ਪੁੱਛਣ ਵਾਸਤੇ ਭਾਈ ਲਾਲੋ ਜੀ ਬੋਲੇ, ਮੁਗਲੇ ਆਵੇਂ ਕਰੇ ਲੜਾਈ। ਮਹਾਰਾਜ ਜੀ ਮੁਗਲ ਆਉਣਗੇ ਤੇ ਇੱਥੇ ਆ ਕੇ ਲੜਾਈ ਕਰਨਗੇ, ਪਠਾਨ ਵੀ ਲੜਨਗੇ। ਜਾਂ ਕੀ ਬ੍ਰਿਥਾ ਕਹੋ ਜਗਰਾਈ। ਇਹ ਜਗਤ ਦੇ ਰਾਜਾ ਸਤਿਗੁਰੂ ਜੀ ਕਿਰਪਾ ਕਰਕੇ ਇਹਦੀ ਬਿਰਥਾ ਵੀ ਦੱਸੋ ਵੀ ਮੁਗਲ ਆਉਣਗੇ, ਇੱਥੇ ਲੜਾਈ ਹੋਵੇਗੀ ਕਿ ਨਹੀਂ। ਕਬਲੋ ਰਾਜ ਕਰੇ ਜਗ ਮਾਈ। ਔਰ ਉਹ ਮੁਗਲ ਕਦੋਂ ਤੱਕ ਰਾਜ ਕਰਨਗੇ ਹਿੰਦੁਸਤਾਨ ਵਿੱਚ। ਪੁਨ ਧਰਨੀ ਤੇ ਸੋ ਕਬ ਜਾਈ। ਔਰ ਇਸ ਧਰਤੀ ਤੋਂ ਕਦੋਂ ਸਿਮਟਣਗੇ, ਕਦੋਂ ਤੱਕ ਰਾਜ ਕਰਨਗੇ, ਕਦੋਂ ਉਹਨਾਂ ਦਾ ਰਾਜ ਸਮਾਪਤ ਹੋਵੇਗਾ। ਖਾਨ ਮਹਾਮਦ ਅੰਧ ਰਹਾਵੇਂ। ਕਿਉਂਕਿ ਇਹ ਜਿਹੜੇ ਪਠਾਨ ਨੇ ਇਹ ਵੀ ਮਤ ਦੇ ਅੰਨੇ ਨੇ, ਇਹ ਆਪਣੇ ਰਾਜ ਭਾਗ ਦੇ ਹੰਕਾਰ ਦੇ ਵਿੱਚ ਅੰਨੇ ਤੇ ਫਾਵੇ ਹੋਏ ਫਿਰਦੇ ਨੇ। ਇਹਨਾਂ ਨੂੰ ਵੀ ਆਪਣੀਆਂ ਕਰਤੂਤਾਂ ਦਾ ਫਲ ਮਿਲਣਾ ਚਾਹੀਦਾ ਸੀ। ਮੁਗਲ ਆਉਣਗੇ, ਉਹ ਮੁਗਲ ਮਹਾਰਾਜ ਕਿੰਨਾ ਚਿਰ ਰਾਜ ਕਮਾਉਣਗੇ, ਕਿਵੇਂ ਲੜਾਈ ਹੋਵੇਗੀ ਇੱਥੇ। ਕਰੀ ਅਵਗਿਆ ਤਸ ਫਲ ਪਾਵੇਂ। ਇਹਨਾਂ ਜਿਹੜੀ ਮਹਾਂਪੁਰਸ਼ਾਂ ਦੀ ਸਾਧੂਆਂ ਦੀ ਅਵਗਿਆ ਕੀਤੀ ਹੈ, ਉਹਦਾ ਫਲ ਇਹਨਾਂ ਮਲੇਛਾਂ ਨੂੰ ਭੋਗਣਾ ਹੀ ਪਵੇਗਾ, ਇਹ ਤਾਂ ਅਵਸ਼ ਹੈ। ਦੋਹਰਾ ਲਾਲੂ ਤੇ ਸੁਨ ਸ਼੍ਰੋਨ ਮੈਂ ਪੁਨ ਪਾਕੇ ਬਚ ਕਰੂਰ। ਭਾਈ ਲਾਲੋ ਦੇ ਬਚਨ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਹੋਰ ਸ਼ਬਦ ਉਚਾਰਨ ਕੀਤਾ। ਕਹਤੇ ਹੋ ਜਿਨ ਕੇ ਖਾਨ ਕੀ
ਦਈ ਸਫਾ ਕਰ ਦੂਰ। ਐਸੇ ਬਚਨ ਉਚਾਰਨ ਕੀਤੇ ਜਿਨ੍ਹਾਂ ਬਚਨਾਂ ਦੇ ਉਚਾਰਦਿਆਂ ਇਹਨਾਂ ਪਠਾਣਾਂ ਦੀ ਸਫਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੇ ਉਠਾ ਦਿੱਤੀ ਹਿੰਦੁਸਤਾਨ ਚੋਂ। ਇਹਨਾਂ ਪਠਾਣਾਂ ਦੀ ਸਭਾ ਮਹਾਰਾਜ ਜੀ ਨੇ ਆਪਣੇ ਬਚਨਾਂ ਨਾਲ ਹੀ ਉਠਾ ਦਿੱਤੀ। ਐਸੇ ਬਚਨ ਪਾਤਸ਼ਾਹ ਨੇ ਉਚਾਰਨ ਕੀਤੇ, ਸੁਣੋ ਜੀ। ਸ੍ਰੀ ਮੁਖ ਵਾਕ ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਖ ਮਸੋਲਾ। ਉਸ ਸਾਹਿਬ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਗਾਉਂਦੇ ਆ, ਇਹ ਸਾਰੀ ਏਮਨਾਬਾਦ ਨਗਰੀ ਮਾਸਪੁਰੀ ਹੋਵੇਗੀ, ਯਾਨੀ ਕਿ ਮਾਸ ਹੀ ਖਿਲ ਰਿਹਾ ਹੋਵੇਗਾ ਸਾਰੇ ਪਾਸੇ, ਇੰਨਾ ਜੰਗ ਹੋਵੇਗਾ, ਇੰਨੀ ਵੱਡਾ ਕੱਟ ਇੱਥੇ ਹੋਵੇਗੀ। ਇਹ ਮਾਸ ਦੀ ਪੁਰੀ ਹੋ ਜਾਏਗੀ, ਇਹਦੇ ਵਿੱਚ ਬਹਿ ਕੇ ਅਸੀਂ ਮਸਲਾ ਉਚਾਰਦੇ ਆ ਇਹ, ਔਰ ਇਸ ਮਾਸਪੁਰੀ ਵਿੱਚ ਬਹਿ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਉਸ ਸਾਹਿਬ ਦੇ, ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ। ਜਿਨੇ ਉਪਾਈ ਰੰਗ ਰਵਾਈ, ਬੈਠਾ ਵੇਖੇ ਵਖ ਇਕੇਲਾ। ਇਹ ਜਿਤਨੀ ਪ੍ਰਕਿਰਤੀ ਜਿਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਉਪਾਈ ਹੈ, ਉਹੀ ਸਰਬ ਰੰਗਾਂ ਦੇ ਵਿੱਚ ਰਮ ਰਿਹਾ ਹੈ ਔਰ ਸਾਰਿਆਂ ਵਿੱਚ ਵਰਤਦਾ ਹੋਇਆ, ਫਿਰ ਵੀ ਸਭ ਤੋਂ ਵੱਖਰਾ ਹੋ ਕੇ, ਨਿਰਾਲਾ ਹੋ ਕੇ ਇਸ ਸਾਰੇ ਪਸਾਰੇ ਨੂੰ ਵੇਖਣ ਵਾਲਾ ਅਕਾਲ ਪੁਰਖ ਹੈ। ਸੱਚਾ ਸੋ ਸਾਹਿਬ ਸੱਚ ਤਪਾਵਸ। ਉਹ ਜਿਹੜਾ ਸਾਹਿਬ ਹੈ ਨਾ ਪਰਮੇਸ਼ਰ, ਉਹ ਸੱਚਾ ਹੈ, ਉਹ ਆਪ ਸੱਚਾ ਹੈ, ਤੇ ਉਹਦਾ ਜਿਹੜਾ ਇਨਸਾਫ ਹੈ, ਤਪਾਵਸ ਕਹਿੰਦੇ ਨੇ ਇਨਸਾਫ ਨੂੰ, ਉਹਦਾ ਇਨਸਾਫ ਵੀ ਸੱਚਾ, ਉਹ ਕਦੇ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ। ਪਰਮੇਸ਼ਰ ਸੱਚਾ ਹੈ ਔਰ ਉਹ ਸੱਚਾ ਪਰਮੇਸ਼ਰ ਹਰ ਇੱਕ ਨਾਲ ਸੱਚਾ ਤਪਾਵਸ, ਸੱਚਾ ਨਿਆਂ ਕਰਦਾ ਹੈ। ਉਹਦਾ ਕਿਸੇ ਨਾਲ ਬੇਨਿਆਈ ਨਹੀਂ ਹੋ ਆਪ ਕਰਦਾ, ਸਭ ਦੇ ਨਾਲ ਇਨਸਾਫ ਕਰਦਾ। ਹਰ ਕਾ ਇੱਕ ਚੰਬੋ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ, ਉਹ ਧਰਮ ਦਾ ਇਨਸਾਫ ਕਰਦਾ ਹੈ। ਸੱਚੜਾ ਨਿਆਉ ਕਰੇਗ ਮਸੋਲਾ। ਮਹਾਰਾਜ ਜੀ ਕਹਿੰਦੇ ਮਸਲਾ ਅਸੀਂ ਪ੍ਰਗਟ ਕਰਕੇ ਦੱਸਦੇ ਆ, ਉਹ ਸੱਚਾ ਸਾਹਿਬ ਅਕਾਲ ਪੁਰਖ ਸੱਚਾ ਨਿਆਉ ਕਰਦਾ ਹੈ, ਸੱਚ ਦਾ ਇਨਸਾਫ ਕਰਦਾ ਹੈ। ਕਾਇਆ ਕੱਪੜ ਟੁਕ ਟੁਕ ਹੋਸੀ। ਮਹਾਰਾਜ ਜੀ ਕਹਿੰਦੇ ਇੱਥੇ ਆ ਸਰੀਰ ਰੂਪੀ ਕੱਪੜੇ ਟੁਕੜੇ ਟੁਕੜੇ ਹੋ ਕੇ ਡਿੱਗਣਗੇ। ਇਹ ਕਾਇਆ ਰੂਪੀ ਕੱਪੜੇ ਆ ਜਿਹੜੇ ਪਠਾਣਾਂ ਦੇ ਦਿਸਦੇ ਆ ਨਾ, ਇਹ ਲੀਰੋ ਲੀਰ ਹੋਏ ਪਏ ਹੋਣਗੇ, ਯਾਨੀ ਕਿ ਡੱਕੇ ਹੋਏ ਹੋਣਗੇ ਇਹਨਾਂ ਦੇ। ਕਿਸੇ ਦਾ ਸਿਰ ਵੱਢਿਆ ਹੋਵੇਗਾ, ਕਿਸੇ ਦੀ ਬਾਂਹ, ਕਿਸੇ ਦੀ ਲੱਤ, ਕਿਸੇ ਦਾ ਪੈਰ, ਕਿਸੇ ਦੀਆਂ ਅੱਖਾਂ ਕੱਢੀਆਂ ਹੋਣਗੀਆਂ। ਇੱਥੇ ਇਹਨਾਂ ਦੇ ਸਰੀਰਾਂ ਦੇ ਟੁਕੜੇ ਟੁਕੜੇ ਖਿੰਡੇ ਹੋਏ ਪਏ ਹੋਣਗੇ ਏਮਨਾਬਾਦ ਨਗਰ ਵਿੱਚ। ਹਿੰਦੁਸਤਾਨ ਸਮਾਲ ਸੀ ਬੋਲਾ। ਜਦੋਂ ਇਹ ਸਭ ਕੁਝ ਹੋਵੇਗਾ, ਉਦੋਂ ਹਿੰਦੁਸਤਾਨ ਦੇ ਲੋਕ ਸਾਡੇ ਬਚਨਾਂ ਨੂੰ ਸੰਭਾਲਣਗੇ, ਚੇਤੇ ਕਰਨਗੇ ਤੇ ਆਖਣਗੇ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਸੀ ਤੇ ਸੱਤ ਹੋਏ ਨੇ। ਜਦੋਂ ਇਹ ਸਭ ਕੁਝ ਹੋਵੇਗਾ, ਕਿਉਂਕਿ ਹਾਲੇ ਤਾਂ ਬਾਬਰ ਨਹੀਂ ਸੀ ਨਾ ਆਇਆ, ਹਾਲੇ ਤਾਂ ਚੰਗੇ ਭਲੇ ਵਸਦੇ ਸੀ। ਉਹ ਕਹਿੰਦੇ ਸਾਡਾ ਕੌਣ ਕੀ ਵਿਗਾੜ ਸਕਦਾ, ਪਠਾਨ ਇੰਨੇ ਅੰਨੇ ਸੀ। ਪਠਾਣਾਂ ਦੇ ਜਿਹੜੇ ਮੌਲਵੀ ਕਾਜੀ ਸੀ ਨਾ, ਉਹ ਕਹਿੰਦੇ ਸਨ ਇਹਨਾਂ ਪਠਾਣਾਂ ਨੂੰ, ਕਹਿੰਦੇ ਫਿਕਰ ਨਾ ਕਰੋ, ਜਦੋਂ ਮੁਗਲ ਆਉਣਗੇ ਅਸੀਂ ਉਹਨਾਂ ਨੂੰ ਅੰਨੇ ਕਰ ਦਿਆਂਗੇ, ਉਹ ਸਾਡੇ ਤੇ ਹਮਲਾ ਹੀ ਨਹੀਂ ਕਰ ਸਕਣਗੇ। ਮਹਾਰਾਜ ਜੀ ਕਹਿੰਦੇ ਹੁਣ ਇਹ ਇਦਾਂ ਦੀਆਂ ਗੱਲਾਂ ਕਰਦੇ ਆ ਨਾ, ਜਦੋਂ ਇਹਨਾਂ ਦੇ ਸਰੀਰਾਂ ਦੇ ਕੱਪੜੇ ਟੁਕੜੇ ਟੁਕੜੇ ਹੋ ਕੇ ਡਿੱਗਣਗੇ, ਫਿਰ ਇਹ ਸਾਡੇ ਬਚਨਾਂ ਨੂੰ ਸੰਭਾਲਣਗੇ, ਚੇਤੇ ਕਰਨਗੇ। ਆਵਨੇ 78 ਜਾਨ 97। ਪਾਤਸ਼ਾਹ ਕਹਿੰਦੇ 78 ਦੇ ਵਿੱਚ ਬਾਬਰ ਦਾ ਹਮਲਾ ਹੋਵੇਗਾ। ਆਵਨ 78 ਹੈ, 78 ਵਿੱਚ ਆਉਣਗੇ 1578 ਨੂੰ, ਔਰ 1797 ਨੂੰ ਇਹਨਾਂ ਮਲੇਛਾਂ ਦੀ ਮੁਗਲਾਂ ਦੀ ਰਾਜ ਸਭਾ ਸਾਰੀ ਉੱਠ ਜਾਏਗੀ। ਖਾਲਸਾ ਜੀ ਇਹਦੇ ਦੋ ਅਰਥ ਕੀਤੇ ਆ ਮਹਾਂਪੁਰਸ਼ਾਂ ਨੇ। ਆਵਨ 78 ਹੈ, ਜਾਨ 97। ਕਹਿੰਦੇ 78 ਦੇ ਵਿੱਚ ਬਾਬਰ ਆਵੇਗਾ, 97 ਚ ਇੱਕ ਵਾਰੀ ਇਹਨਾਂ ਦਾ ਰਾਜ ਸਮਾਪਤ ਹੋਵੇਗਾ। ਵਿੱਚ ਅਗਲੀ ਪੰਕਤੀ ਉਚਾਰਦੇ ਹਾਂਜੀ। ਹੋਰ ਪੀ ਉੱਠ ਸੀ ਮਰਦ ਕਾ ਚੇਲਾ। ਵਿੱਚ ਇੱਕ ਹੋਰ ਮਰਦ ਦਾ ਚੇਲਾ ਉੱਠੇਗਾ, ਸ਼ੇਰ ਸ਼ਾਹ ਸੂਰੀ, ਜਿਹੜਾ ਹਮਾਯੂ ਕੋਲੋਂ ਰਾਜ ਖੋਹ ਲਵੇਗਾ, ਹਮਾਯੂ ਨੂੰ ਭਜਾ ਦੇਵੇਗਾ ਔਰ ਹਿੰਦੁਸਤਾਨ ਦੇ ਤਖਤ ਦੇ ਉੱਤੇ ਸ਼ੇਰ ਸ਼ਾਹ ਆ ਕੇ ਬਿਰਾਜੇਗਾ। ਉਹ ਵੀ ਮਰਦ ਦਾ ਚੇਲਾ ਕਹਾਏਗਾ ਆਪਣੇ ਆਪ ਨੂੰ, ਪਰ ਉਹ ਵੀ ਚਲਾ ਜਾਏਗਾ।
ਜਿਹੜਾ ਖਾਲਸੇ ਪੰਥ ਦੇ ਬਾਬਤ ਤੇ ਅਰਥ ਕੀਤਾ ਜਾਂਦਾ ਹੈ ਕਿ 1578 ਦੇ ਵਿੱਚ ਕਹਿੰਦੇ ਹਮਲਾ ਹੋਵੇਗਾ ਬਾਬਰ ਦਾ, ਔਰ 1797 ਵਿੱਚ ਇਹਨਾਂ ਦਾ ਰਾਜ ਭਾਗ ਮੁਗਲਾਂ ਦਾ ਖਤਮ ਹੋ ਜਾਏਗਾ। ਤਕਰੀਬਨ ਸ਼ਾਹ ਆਲਮ ਤੱਕ, ਮੁਹੰਮਦ ਸ਼ਾਹ ਰੰਗੀਲਾ ਜਿਹੜਾ ਸ਼ਰਾਬੀ ਜਿਹਾ ਰਾਜਾ ਸੀ, ਉਹਦੇ ਸਮੇਂ ਤੱਕ ਮੁਗਲਾਂ ਦਾ ਰਾਜ ਸਮਾਪਤ ਹੋ ਗਿਆ। ਤਕਰੀਬਨ ਔਰੰਗਜ਼ੇਬ ਤੋਂ ਬਾਅਦ ਫਿਰ ਇਹਨਾਂ ਦਾ ਰਾਜ ਖਿੰਡਦਾ ਹੀ ਚਲਾ ਗਿਆ। ਕੁਝ ਸਮੇਂ ਲਈ ਬਹਾਦਰ ਸ਼ਾਹ, ਕੁਝ ਸਮੇਂ ਲਈ ਫਰਖਸ਼ੀਰ, ਇਦਾਂ ਇਹਨਾਂ ਦਾ ਰਾਜ ਸਮਾਪਤ ਹੋ ਗਿਆ। ਉਸ ਵੇਲੇ ਹੋਠੇਗਾ ਮੇਰਾ ਮਰਦ ਕਾ ਚੇਲਾ। ਮਰਦ ਕੌਣ ਹੈ? ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ। ਆਪੇ ਗੁਰ ਚੇਲਾ, ਉਹ ਮਰਦ ਹੋਵੇਗਾ, ਔਰ ਉਸ ਮਰਦ ਦਾ ਚੇਲਾ ਖਾਲਸਾ ਪੰਥ ਉੱਠੇਗਾ, ਜਿਹੜਾ ਖਾਲਸਾ ਪੰਥ ਇਹਨਾਂ ਮੁਗਲਾਂ ਦੇ ਰਾਜ ਨੂੰ ਸਮਾਪਤ ਕਰਕੇ ਆਪਣਾ ਰਾਜ ਸਥਾਪਿਤ ਕਰੇਗਾ। ਗੁਰੂ ਨਾਨਕ ਸਾਹਿਬ ਭਵਿੱਖਤ ਬਚਨ ਕਰ ਰਹੇ ਨੇ। ਸਤਿ ਸ੍ਰੀ ਅਕਾਲ। ਇਦਾਂ ਵੀ ਅਰਥ ਕੀਤਾ ਜਾਂਦਾ, ਅੱਗੇ ਵਿਆਖਿਆ ਕਰਨਗੇ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਹ ਸੱਚ ਦੀ ਬਾਣੀ ਹੈ, ਔਰ ਇਹ ਸੱਚ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਉਚਾਰਦੇ ਹਨ। ਮਹਾਰਾਜ ਜੀ ਕਹਿੰਦੇ ਸੱਚ ਸੁਣਾਏ ਸੀ, ਸੱਚ ਸੁਣਾ ਰਿਹਾ, ਕਿਉਂਕਿ ਹੁਣ ਸੱਚ ਸੁਣਾਉਣ ਦਾ ਵੇਲਾ ਹੈ। ਸੱਚ ਸੁਣਾਏ ਸੀ ਸੱਚ ਕੀ ਬੇਲਾ। ਬਾਅਦ ਚ ਆਖਣਗੇ ਪਠਾਨ ਵੀ ਸਾਨੂੰ ਕਿਸੇ ਨੇ ਦੱਸਿਆ ਨਹੀਂ ਸੀ। ਮਹਾਰਾਜ ਜੀ ਕਹਿੰਦੇ ਹੁਣ ਵੇਲਾ ਪਹਿਲਾਂ ਸੱਚ ਸੁਣਾਉਣ ਦਾ, ਤੇ ਸੱਚ ਦਾ ਵੇਲਾ ਹੈ, ਇਸ ਕਰਕੇ ਅਸੀਂ ਸੱਚ ਸੁਣਾ ਰਹੇ ਹਾਂ। ਸੱਚ ਸੁਣਾਏ ਸੀ ਸੱਚ ਕੀ ਬੇਲਾ, ਸੱਚ ਸੁਣਾ ਰਹੇ ਹਾਂ ਕਿਉਂਕਿ ਸੱਚ ਦਾ ਹੀ ਵੇਲਾ ਹੈ। ਇਸ ਕਲੀ ਕਾਲ ਦੇ ਵਿੱਚ ਵੀ ਸੱਚ ਹੀ ਆਕਾਸ਼ ਵਿੱਚ ਕਰੋੜਾਂ ਸੂਰਜਾਂ ਵਾਂਗੂ ਚਮਕਦਾ ਤੇ ਪ੍ਰਕਾਸ਼ਦਾ ਹੈ। ਦੋਹਰਾ ਸ਼੍ਰੀ ਨਾਨਕ ਪੂਰਨ ਪੁਰਖ ਸਾਹਿਬ ਕੇ ਗੁਣ ਗਾਏ। ਸੱਚ ਸੁਣਾਏ ਸੀ ਸੱਚ ਕੀ ਬੇਲਾ ਦੇ ਪੰਕਤੀ ਦੇ ਸਰਲੇਖ ਹੇਠਾਂ ਇੱਕ ਰੱਜ ਕੇ ਕੂੜ ਦਾ ਪ੍ਰਚਾਰ ਕਰਨ ਵਾਲੀ ਅਖਬਾਰ ਛਪਦੀ। ਉਹ ਕਹਿੰਦੇ ਅਸੀਂ ਸੱਚ ਸੁਣਾਉਂਦੇ ਆ। ਉੱਤੇ ਪੰਕਤੀ ਮੇਰੇ ਸਤਿਗੁਰਾਂ ਦੀ ਲਿਖੀ ਹੈ, ਤੇ ਰੱਜ ਕੇ ਗੁਰੂ ਘਰ ਦੇ ਸਬੰਧ ਵਿੱਚ, ਇਤਿਹਾਸ ਦੇ ਸਬੰਧ ਵਿੱਚ, ਪਾਤਸ਼ਾਹ ਦੀ ਸ਼ਰਧਾ ਦੇ ਭਾਵਨਾ ਦੇ ਸਬੰਧ ਵਿੱਚ ਕੂੜ ਪ੍ਰਚਾਰ ਕੀਤਾ ਜਾਂਦਾ। ਇਹ ਵਰਤਾਰਾ ਕਲਯੁਗ ਵਿੱਚ ਵਰਤ ਰਿਹਾ। ਮਹਾਰਾਜ ਜੀ ਕਹਿੰਦੇ ਸੱਚ ਸੁਣਾਉਣ ਦਾ ਵੇਲਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਉਸ ਸਾਹਿਬ ਦੇ, ਉਸ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ। ਦੇਹ ਇਨਾ ਕੀ ਜੀ ਜੋ ਭਿੰਨ ਭਿੰਨ ਹੋਏ ਜਾਏ। ਮਹਾਰਾਜ ਜੀ ਕਹਿੰਦੇ ਜਿੰਨੀਆਂ ਦੇਹਾਂ ਨਜ਼ਰ ਪੀਆਂ ਆਉਂਦੀਆਂ ਭਾਈ ਲਾਲੋ ਇਹਨਾਂ ਪਠਾਣਾਂ ਦੀਆਂ, ਇੱਥੇ ਤੂੰ ਦੇਖਦਾ ਇਹ ਸਾਰੀਆਂ ਜੀਵਾਤਮਾ ਤੋਂ ਬਿਨਾਂ ਭਿੰਨ ਭਿੰਨ ਵੱਖਰੀਆਂ ਵੱਖਰੀਆਂ ਹੋ ਜਾਣੀਆਂ। ਇਹਨਾਂ ਦੇ ਸਰੀਰ ਰੂਪੀ ਕੱਪੜੇ ਟੁਕੜੇ ਟੁਕੜੇ ਹੋ ਜਾਣੇ ਹਨ। ਇਹਨਾਂ ਦੇ ਸਰੀਰਾਂ ਚੋਂ ਜਿੰਦਾਂ ਨੇ ਨਿਮਾਣੀਆਂ ਨੇ ਉੱਡ ਕੇ ਚਲਿਆ ਜਾਣਾ। ਜੋ ਪਈ ਮਾਸਪੁਰੀ ਇਹ ਥਲ ਹੋਏ ਜਾਵੇ। ਔਰ ਇਹ ਪੁਰੀ ਵਿੱਚ ਮਾਸ ਹੀ ਮਾਸ ਹੋਵੇਗਾ, ਸਰੀਰਾਂ ਚੋਂ ਜੀ ਸੱਤਾ ਨਿਕਲ ਜਾਏਗੀ, ਮੁਰਦੇ ਹੀ ਹੋਣਗੇ। ਹੁਣ ਜਿੱਥੇ ਸਾਰੇ ਮੁਰਦੇ ਹੀ ਹੋਣ ਉਹਨੂੰ ਮਾਸਪੁਰੀ ਆਖਾਂਗੇ ਨਾ, ਕੱਲਾ ਮਾਸ ਹੀ ਮਾਸ ਰਹਿ ਜਾਏਗਾ। ਇੱਥੇ ਵਿੱਚੋਂ ਜੀਵਨ ਸੱਤਾ ਜਿਹੜੀ ਇਹਨਾਂ ਦੇ ਸਰੀਰਾਂ ਚੋਂ ਨਿਕਲ ਜਾਏਗੀ। ਇਸ ਬਿਦ ਮਸਲਾ ਕਰ ਦਿਖਰਾਵੇ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਦਾ ਮਸਲਾ ਕਰਕੇ ਸੰਸਾਰ ਵਿੱਚ ਵਾਹਿਗੁਰੂ ਜੀ ਪ੍ਰਗਟ ਕਰਨਗੇ। ਜਿਸ ਨੇ ਸਰਬ ਜਗਤ ਉਪਜਾਇਓ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਹਨੇ ਸਾਰਾ ਜਗਤ ਪੈਦਾ ਕੀਤਾ। ਜਿਹਨੇ ਉਪਾਈ ਰੰਗ ਰਵਾਈਏ ਸ਼ਬਦ ਦੀ ਪੰਕਤੀ ਦੇ ਅਰਥ ਹੋ ਰਹੇ ਨੇ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ। ਅਨੇਕ ਪ੍ਰਕਾਸ਼ ਰੰਗ ਦਿਖਰਾਇਓ। ਇਹਦੇ ਚ ਅਨੇਕਾਂ ਪ੍ਰਕਾਰ ਦੇ ਰੰਗਾਂ ਦੇ ਪ੍ਰਕਾਸ਼ ਵਾਹਿਗੁਰੂ ਪਰਮੇਸ਼ਰ ਨੇ ਪ੍ਰਗਟ ਕਰਕੇ ਵਿਖਾਏ ਹਨ। ਇਸ ਸਾਹਿਬ ਤੇ ਹੋਏ ਪ੍ਰਤਕੂਲੇ। ਜਿਹੜੇ ਉਸ ਸਾਹਿਬ ਤੋਂ, ਉਹ ਜਿਹਨੇ ਸਾਰੀ ਪ੍ਰਕਿਰਤੀ ਪੈਦਾ ਕੀਤੀ ਹੈ, ਜਿਹਨੇ ਸਾਰਾ ਸੰਸਾਰ ਪੈਦਾ ਕੀਤਾ ਹੈ,
ਔਰ ਇਹ ਲੋਕ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਪ੍ਰਤੀਕੂਲ ਉਲਟ ਹੋ ਰਹੇ ਨੇ। ਵਿਸ਼ਯਨ ਮੈਂ ਫਸ ਸਭ ਸੁਧ ਭੂਲੇ। ਇਹ ਵਿਸ਼ਿਆਂ ਵਿਕਾਰਾਂ ਵਿੱਚ ਫਸ ਕੇ ਆਪਣੀ ਸਾਰੀ ਸੁੱਧ ਭੁਲਾਈ ਬੈਠੇ ਹਨ। ਵਿਸ਼ਿਆਂ ਵਿੱਚ ਉਲਝ ਕੇ, ਵਿਕਾਰਾਂ ਵਿੱਚ ਉਲਝ ਕੇ ਆਪਣੀ ਸਾਰੀ ਸੁੱਧ ਭੁਲਾਈ ਬੈਠੇ ਨੇ, ਬੇਸੁੱਧ ਹੋਏ ਫਿਰਦੇ ਨੇ। ਪਿਕੇ ਸੁਨਿਆਰੋ ਹੋਏ ਤਮਾਸ਼ੋ। ਜਿਹੜਾ ਪਰਮੇਸ਼ਰ ਆ ਉਹ ਇਹਨਾਂ ਵਿਸ਼ਿਆਂ ਤੋਂ ਵੱਖਰਾ ਹੋ ਕੇ, ਨਿਰਾਲਾ ਹੋ ਕੇ ਵੇਖੈ, ਬੈਠਾ ਵੇਖੈ ਵੱਖ ਅਕੇਲਾ। ਉਹ ਇਹਨਾਂ ਵਿਸ਼ਿਆਂ ਤੋਂ, ਇਹਨਾਂ ਵਿਕਾਰਾਂ ਤੋਂ ਵੱਖਰਾ ਤੇ ਨਿਰਾਲਾ ਹੋ ਕੇ ਸਭ ਕੁਝ ਵੇਖ ਰਿਹਾ ਹੈ। ਸੱਚਾ ਸਾਹਿਬ ਨਿਆਉ ਸੱਚਾ ਸੋ। ਉਹ ਪਰਮੇਸ਼ਰ ਸੱਚਾ ਹੈ, ਉਹਦਾ ਨਿਆਂ, ਉਹਦਾ ਇਨਸਾਫ ਵੀ ਸੱਚਾ ਹੈ ਭਾਈ ਲਾਲੋ। ਉਹ ਕਦੇ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ, ਸਭ ਦੇ ਨਾਲ ਸੱਚਾ ਇਨਸਾਫ ਕਰਦਾ ਹੈ। ਮਸਲੇ ਮੂਜਬ ਕਰੇ ਸੋਈ। ਉਹ ਆਪਣੇ ਮਸਲੇ ਮੂਜਬ ਸਭ ਕੁਝ ਕਰਦਾ, ਜੋ ਜੀਵਾਂ ਦੇ ਜੈਸੇ ਕਰਮ ਨੇ, ਜੀਵਾਂ ਦੇ ਕੀਤੇ ਹੋਏ ਮਸਲਿਆਂ ਕਰਮਿਆਂ ਮੁਤਾਬਕ ਹੀ ਜੀਵਾਂ ਨੂੰ ਫਲ ਭੁਗਾਉਂਦਾ ਹੈ। ਕਾਇਆ ਕੱਪੜ ਟੁਕ ਟੁਕ ਹੋਈ। ਭਾਈ ਲਾਲੋ ਇਹ ਸਰੀਰ ਰੂਪੀ ਕੱਪੜੇ ਇੱਥੇ ਟੁਕੜੇ ਟੁਕੜੇ ਹੋ ਕੇ ਖਿੰਡਣਗੇ। ਜਸ ਅਗ ਕੀਏ ਤਸ ਹੋਏ ਦੁਖ ਭਾਰੀ। ਜਿਹੋ ਜਿਹੋ ਜੇ ਪਾਪ ਇਹਨਾਂ ਲੋਕਾਂ ਨੇ ਕੀਤੇ ਹਨ, ਆਪਣੇ ਕੀਤੇ ਪਾਪਾਂ ਦਾ ਫਲ ਇਹਨਾਂ ਜੀਵਾਂ ਨੂੰ ਭੋਗਣਾ ਹੀ ਪਵੇਗਾ। ਸ਼੍ਰੋਨਤ ਪਸਰੇ ਧਰਨ ਮਜਾਰੀ। ਔਰ ਏਮਨਾਬਾਦ ਦੀ ਨਗਰ ਦੀ ਸਾਰੀ ਧਰਤੀ ਦੇ ਉੱਤੇ ਸ਼੍ਰੋਣਤ ਹੀ ਸ਼੍ਰੋਣਤ। ਸ਼੍ਰੋਣਤ ਕਹਿੰਦੇ ਆ ਖੂਨ ਨੂੰ, ਖੂਨ ਹੀ ਖੂਨ ਖਿੰਡਿਆ ਹੋਵੇਗਾ। ਗਲੀਆਂ ਵਿੱਚ, ਨਾਲੀਆਂ ਵਿੱਚ ਖੂਨ ਦੀਆਂ ਤਤੀਰੀਆਂ ਵਹਿੰਦੀਆਂ ਨਜ਼ਰ ਆਉਣਗੀਆਂ ਏਮਨਾਬਾਦ ਨਗਰ ਵਿੱਚ। ਦੋਹਰਾ ਹਿੰਦੁਸਤਾਨ ਕਾ ਬੋਲ ਜੋ ਆਨ ਸੰਭਾਲੇ ਸੋਏ। ਉਸ ਵੇਲੇ ਫਿਰ ਹਿੰਦੁਸਤਾਨ ਦੇ ਲੋਕ ਆਪਣਾ ਬੋਲ ਸੰਭਾਲਣਗੇ, ਭਾਵ ਜੋ ਅਸੀਂ ਕਿਹਾ ਫਿਰ ਉਹਨੂੰ ਚੇਤੇ ਕਰਨਗੇ। 15 ਸੇ ਪੁਨ 78 ਆਵਨ ਤਿੰਨ ਕੋ ਹੋਏ। 1578 ਸੰਮਤ ਬਿਕਰਮੀ ਦੇ ਵਿੱਚ ਇਹਨਾਂ ਦਾ ਆਉਣਾ ਹੋਵੇਗਾ ਹਿੰਦੁਸਤਾਨ ਵਿੱਚ। ਜੋ ਪਈ 17 ਸੇ 97 ਮਾਈ। ਔਰ 1797 ਸੰਮਤ ਬਿਕਰਮੀ ਵਿੱਚ ਸਫਾ ਦੂਰ ਤਿੰਨ ਕੀ ਹੋਏ ਜਾਈ। ਇਹਨਾਂ ਦੀ ਸਾਰੀ ਸਫਾ ਇਹ ਸੰਸਾਰ ਤੋਂ ਤਕਰੀਬਨ ਉੱਠ ਜਾਏਗੀ, ਚਲੀ ਜਾਏਗੀ ਮੁਗਲਾਂ ਦੀ। 200 ਬੋਰੋ ਬਰਖ 19 ਤਕਰੀਬਨ 219 ਸਾਲ ਇਹ ਰਾਜ ਕਰਨਗੇ ਮੁਗਲ। 1578 ਤੋਂ ਲੈ ਕੇ 1797 ਬਿਕਰਮੀ ਤੱਕ 219 ਸਾਲ ਇਹ ਰਾਜ ਕਰਨਗੇ। ਕਰੇ ਰਾਜ ਹੋਵੇ ਅਵਨੀਸ਼ੰ। ਮੁਗਲਾਂ ਦਾ ਰਾਜ ਹੋਵੇਗਾ, ਰਾਜੇ ਬਣ ਕੇ ਰਾਜ ਭੋਗਣਗੇ। ਨਰ ਅਵਤਾਰ ਹਮਾਰਾ ਹੋਏ। ਮਹਾਰਾਜ ਜੀ ਕਹਿੰਦੇ ਉਸੇ ਸਮੇਂ, ਕੁਝ ਸਮੇਂ ਤੱਕ ਸਾਡਾ 10ਵਾਂ ਰੂਪ ਮਰਦ ਦਾ ਅਵਤਾਰ, ਅਕਾਲ ਪੁਰਖ ਦਾ ਅਵਤਾਰ ਹੋਵੇਗਾ। ਚੇਲਾ ਤਾਏ ਖਾਲਸਾ ਜੋਏ। ਉਹ ਜਿਹੜਾ ਮਰਦ ਦਾ ਅਵਤਾਰ ਹੋਵੇਗਾ ਉਹਦਾ ਚੇਲਾ ਹੋਵੇਗਾ ਖਾਲਸਾ ਪੰਥ। ਖਾਲਸਾ ਪੰਥ ਉਸ ਮਰਦ, ਉਹ ਹੋਰ ਵੀ ਉੱਠਦੀ ਮਰਦ ਕਾ ਚੇਲਾ ਕਿਹਾ ਨਾ, ਮਰਦ ਹੋਣਗੇ ਗੁਰੂ ਗੋਬਿੰਦ ਸਿੰਘ ਸਾਹਿਬ ਔਰ ਉਹਨਾਂ ਦਾ ਚੇਲਾ ਹੋਵੇਗਾ ਖਾਲਸਾ ਪੰਥ। ਮਹਾ ਤੇਜ ਸੀ ਦੰਗੇ ਬਾਜ, ਲੜਨ ਮਰਨ ਤੇ ਕਰੇ ਨਾ ਲਾਜ। ਇਹੋ ਜਿਹਾ ਖਾਲਸਾ ਪੰਥ ਹੋਵੇਗਾ। 10 ਪਾਤਸ਼ਾਹੀ ਕਰੋ ਜਬਈ। ਮਹਾਰਾਜ ਜੀ ਕਹਿੰਦੇ ਜਦੋਂ ਅਸੀਂ 10 ਪਾਤਸ਼ਾਹੀਆਂ ਕਰਾਂਗੇ, ਪੀਛੇ ਹੋਏ ਖਾਲਸਾ ਤਬਈ। 10 ਪਾਤਸ਼ਾਹੀਆਂ ਦੇ ਰਾਜ ਤੋਂ ਬਾਅਦ, ਸਾਡੇ ਤੋਂ ਬਾਅਦ 10 ਪਾਤਸ਼ਾਹੀਆਂ ਤੋਂ ਬਾਅਦ ਖਾਲਸਾ ਪੰਥ ਹੋਵੇਗਾ। ਮਸ਼ਕਤਾਂ ਘਾਲੇਗਾ, ਜੰਗ ਯੁੱਧ ਚੱਲਣਗੇ ਤੇ ਫਿਰ ਉਹ ਸਾਡਾ ਖਾਲਸਾ ਰਾਜ ਕਰੇਗਾ। ਸਨੇ ਸਨੇ ਸੋ ਲੇਵੇ ਛੀਨੰ। ਸਹਿਜੇ ਸਹਿਜੇ ਇਹਨਾਂ ਮੁਗਲਾਂ ਕੋਲੋਂ ਸਭ ਕੁਝ ਖੋਹ ਲਵੇਗਾ ਸਾਡਾ ਖਾਲਸਾ।
ਸਹਿਜੇ ਸਹਿਜੇ ਇਹਨਾਂ ਮੁਗਲਾਂ ਕੋਲੋਂ ਰਾਜ ਖੋਵੇਗਾ। ਤਬ ਤੁਰਕਨ ਹੋਵੇ ਬਲਹੀਨੰ, ਫੇਰ ਇਹ ਜਿਹੜੇ ਮਲੇਛ ਨੇ ਮੁਗਲ ਇਹ ਬਲ ਤੋਂ ਹੀਣੇ ਹੋ ਜਾਣਗੇ, ਇਹਨਾਂ ਦਾ ਬਲ ਸਮਾਪਤ ਹੋ ਜਾਵੇਗਾ। ਕਰੇ ਪਰਸਪਰ ਮੇਲ ਜਿਸੋ, ਉਸ ਵੇਲੇ ਜਿਹੜੇ ਪਰਸਪਰ ਮੇਲ ਹੋਣਗੇ, ਆਪਸ ਚ ਮਿਲਣਗੇ। ਬਦੇ ਰਾਜ ਦੁਸ਼ਟਨ ਕਰ ਖੋ, ਖਾਲਸੇ ਦਾ ਰਾਜ ਹੋਵੇਗਾ ਔਰ ਇਹਨਾਂ ਦੁਸ਼ਟਾਂ ਦੇ ਘਰ ਖੁਆਰ ਹੋਣਗੇ। ਆਪ ਸਤਿ ਸ੍ਰੀ ਅਕਾਲ। ਆਪਸ ਵਿੱਚ ਜੇ ਕਰੇ ਲੜਾਈ, ਇਹ ਆਪਸ 'ਚ ਹੀ ਲੜਦੇ ਭਿੜਦੇ ਰਹਿਣਗੇ ਮੁਗਲ, ਆਪਸ ਵਿੱਚ ਹੀ ਲੜਾਈ ਕਰਨਗੇ। ਰਿਸ ਬਸ ਹੋਏ ਕੇ ਸੋ ਦੁੱਖ ਪਾਈ, ਔਰ ਕਰੂਰ ਵਸ ਹੋ ਕੇ ਦੁੱਖ ਪਾਵਣਗੇ। ਨਾਨਕ ਬਾਣੀ ਸੱਚ ਵਖਾਨੇ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਾਣੀ ਮੈਂ ਸੱਚ ਵਖਾਣਦਾ। ਜਦੋਂ ਇਹ ਸੱਚ ਹੋਵੇਗਾ ਬਚਨ, ਉਦੋਂ ਪੂਰੀ ਦੁਨੀਆ ਸਾਡੇ ਇਹਨਾਂ ਬੋਲਾਂ ਨੂੰ ਹਿੰਦੁਸਤਾਨ ਸੰਭਾਲੇਗਾ ਕਿ ਹਾਂ ਜੋ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਸਾਨੂੰ ਸੱਤ ਹੋਏ ਹਨ। ਪ੍ਰਗਟ ਹੋਏ ਨਰ ਤਬਈ ਜਾਣੇ, ਉਦੋਂ ਇਹਨਾਂ ਨਰਾਂ ਨੂੰ ਪਤਾ ਲੱਗੇਗਾ ਜਦੋਂ ਸਾਡੇ ਕੀਤੇ ਹੋਏ ਬਚਨ ਸੰਸਾਰ 'ਚ ਪ੍ਰਗਟ ਹੋਣਗੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ ਤਾਂ ਸਮੁੱਚੇ ਖਾਲਸੇ ਪੰਥ ਨੇ ਹੀ ਆਖਿਆ ਸੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਸੱਚ ਹੋਏ ਹਨ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਸੱਚ ਹੋਏ ਹਨ। ਕਹਿੰਦੇ ਉਦੋਂ ਇਹ ਪਛਾਣਨਗੇ ਜਦੋਂ ਸਾਡੇ ਬਚਨ ਸੱਚ ਹੋਣਗੇ। ਸਰਬ ਖਾਨ ਅਬ ਹੋਏ ਨਿਦਾਨਾ, ਹੁਣ ਇਸ ਵਕਤ ਇਹਨਾਂ ਪਠਾਣਾ ਦਾ ਅੰਤ ਹੈ। ਭਾਈ ਲਾਲੋ ਆ ਜਿਹੜੇ ਖਾਨ ਨੇ, ਆ ਜਿਹੜੇ ਪਠਾਨ ਨੇ, ਹੁਣ ਇਹਨਾਂ ਦਾ ਅੰਤ ਹੈ। ਚਲੇ ਤੁਫੰਗ ਕਟਾਰ ਕਿਰਪਾਨਾ, ਵੇਖੀ ਇੱਥੇ ਕੁਝ ਸਮੇਂ ਤਾਈਂ ਕਿਵੇਂ ਬੰਦੂਕਾਂ ਚੱਲਣਗੀਆਂ, ਕਿਵੇਂ ਤਲਵਾਰਾਂ ਚੱਲਣਗੀਆਂ, ਕਿਵੇਂ ਕਟਾਰਾਂ, ਨੇਜੇ, ਬਰਛੇ, ਭਾਲੇ, ਤੋਪਾਂ, ਰੈਕਲੇ, ਜਮੂਰ ਕਿਵੇਂ ਚੱਲਣਗੇ। ਪੁਰ ਲੁੱਟ ਜਾਏ ਤਰਾਸ ਬੋਈ, ਕਿਵੇਂ ਨਗਰ ਲੁੱਟਿਆ ਜਾਏਗਾ, ਕਿਵੇਂ ਲੋਕਾਂ ਦੇ ਦਿਲਾਂ 'ਚ ਡਰ ਤੇ ਸਹਿਮ ਬਣੇਗਾ। ਲੋਕ ਬਾਬਰ ਦੇ ਜ਼ਬਰ ਤੋਂ ਡਰਨਗੇ। ਨਹੀਂ ਸਬੂਤ ਬਚੇ ਅਬ ਕੋਈ, ਇਸ ਇਮਨਾਬਾਦ ਨਗਰ 'ਚ ਕਿਸੇ ਸਾਬਤ ਨਹੀਂ ਜੇ ਬਚਣਾ ਭਾਈ ਲਾਲੋ। ਇਹ ਪ੍ਰਸੰਗ ਸਭ ਗੁਰੂ ਬਖਾਨਾ, ਇਹ ਸਾਰਾ ਪ੍ਰਸੰਗ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕਰਕੇ ਦੱਸਿਆ। ਸੁਨ ਤੋ ਇੱਕ ਦਿਜਮਤੀਵਾਨਾ, ਉਸੇ ਨਗਰ ਦਾ ਇੱਕ ਬ੍ਰਾਹਮਣ ਸੀ, ਏਮਨਾਬਾਦ ਨਗਰ 'ਚ ਹੀ ਰਹਿੰਦਾ ਸੀ। ਉਹ ਵੀ ਕੋਲ ਬੈਠਾ ਮਹਾਰਾਜ ਜੀ ਦੇ ਬਚਨ ਸੁਣ ਰਿਹਾ ਸੀ। ਲਖਿਓ ਕਿ ਸੰਤ ਸੰਪੂਰਨ ਕੋਈ, ਉਹਨੇ ਜਾਣਿਆ ਕਿ ਕੋਈ ਪੂਰਨ ਬਲੀ ਪੁਰਸ਼ ਨੇ ਜਿਹੜੇ ਇੱਥੇ ਆਣ ਕੇ ਬੈਠੇ ਐ। ਸਤਿਗੁਰਾਂ ਦੇ ਬਚਨ ਸੁਣ ਕੇ ਉਸ ਬ੍ਰਾਹਮਣ ਨੇ ਸੋਚਿਆ ਕਿ ਇਹ ਕੋਈ ਪੂਰਨ ਬਲੀ ਪੁਰਸ਼ ਹਨ। ਉਚਰਿਓ ਸ਼ਬਦ ਗਜ਼ਬ ਕਾ ਜੋਈ, ਜਿਨ੍ਹਾਂ ਨੇ ਜੋ ਗਜਬ ਵਰਤਣਾ ਇੱਥੇ ਏਮਨਾਬਾਦ ਨਗਰ ਵਿੱਚ, ਉਹਦੇ ਸੰਬੰਧ ਵਿੱਚ ਆਪਣੇ ਮੁਖੋਂ ਸ਼ਬਦ ਉਚਾਰਿਆ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਸ਼ਬਦ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਜੋ ਇੱਥੇ ਵਰਤਣਾ ਉਚਾਰਿਆ। ਉਰ ਡਰ ਤਰ ਕੈ ਸਦਨ ਸਿਧਾਰਾ, ਉਹ ਬ੍ਰਾਹਮਣ ਹਿਰਦੇ 'ਚ ਡਰ ਕੇ ਵੀ ਇੱਥੇ ਇੰਨੀ ਕਤਲੋ ਗਾਰਤ ਹੋਣੀ ਹੈ, ਇੱਥੇ ਖੂਨ ਦੇ ਸੋਹਲੇ ਗਾਏ ਜਾਣੇ ਆ, ਇੱਥੇ ਰੱਤ ਦਾ ਕੁੰਗੂ ਚਰਚਿਆ ਜਾਣਾ, ਇਹ ਨਗਰ ਮਾਸਪੁਰੀ ਬਣ ਜਾਣਾ। ਇਹ ਡਰਦਾ ਹੋਇਆ ਬ੍ਰਾਹਮਣ ਆਪਣੇ ਘਰ ਗਿਆ। ਆਨਿਓ ਬੋ ਪਕਵਾਨ ਆਰਾ, ਘਰੋਂ ਜਾ ਕੇ ਛੇਤੀ ਨਾਲ ਇਹਨੇ ਪਕਵਾਨ ਤਿਆਰ ਕੀਤੇ, ਭੋਜਨ ਤਿਆਰ ਕੀਤਾ ਕਿ ਨਾ ਮਹਾਂਪੁਰਸ਼ਾਂ ਦੀ ਸੇਵਾ ਟਹਿਲ ਕਰਾਂ। ਓਏ ਦੀਨ ਤਰ ਦੀਨ ਆਗਾਰੀ, ਪਕਵਾਨ ਲੈ ਕੇ ਸਤਿਗੁਰਾਂ ਕੋਲ ਆਇਆ। ਦੀਨ ਭਾਵ ਧਾਰਨ ਕਰਕੇ ਹਿਰਦੇ ਵਿੱਚ ਉਹ ਪਕਵਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਰੱਖ ਕੇ ਇਸ ਬ੍ਰਾਹਮਣ ਨੇ ਸੀਸ ਨਵਾ ਕੇ ਮੱਥਾ ਟੇਕਿਆ। ਹੱਥ ਜੋੜ ਕੇ ਗਿਰਾ ਉਚਾਰੀ, ਹੱਥ ਜੋੜ ਕੇ ਗਰੀਬ ਨਵਾਜ ਸਤਿਗੁਰਾਂ ਨੂੰ ਬ੍ਰਾਹਮਣ ਬੇਨਤੀ ਕਰਕੇ ਬੋਲਿਆ, ਕਹਿਣ ਲੱਗਾ, ਇਹ ਆਹਾਰ ਦੇਵ ਸੰਤਨ ਖਵਾਈ। ਮਹਾਰਾਜ ਜੀ ਇਹ ਭੋਜਨ ਲੈ ਕੇ ਆਇਆ ਹਾਂ, ਤੁਹਾਡੇ ਨਾਲ ਬੈਠੇ ਜਿਹੜੇ ਸੰਤ ਨੇ ਇਹ ਭੋਜਨ ਇਹਨਾਂ ਮਹਾਤਮਾਵਾਂ ਨੂੰ, ਸੰਤਾਂ ਨੂੰ ਆਪ ਜੀ ਛਕਾ ਦਿਓ। ਤ੍ਰਿਪਤੈ ਸਰਬ ਛੁਦਾ ਮਿਟ ਜਾਈ, ਇਹ ਸਾਰੇ ਤ੍ਰਿਪਤ ਹੋਣਗੇ, ਇਹਨਾਂ ਦੀ ਭੁੱਖ ਮਿਟੇਗੀ। ਰਾਵਰ ਸ਼ਬਦ ਜੋ ਪਾਖਿਓ ਕਰੂਰਾ, ਮਹਾਰਾਜ ਜੀ ਜਿਹੜਾ ਸ਼ਬਦ ਆਪ ਜੀ ਨੇ ਆਪਣੇ ਮੁਖੋਂ ਉਚਾਰਨ ਕੀਤਾ ਹੈ, ਇਸ ਨਗਰ ਦੇ ਪ੍ਰਤੀ ਜਿਹੜੇ ਪਾਵਨ ਬਚਨ ਆਪ ਜੀ ਨੇ ਆਪਣੇ ਮੁਖੋਂ ਕਹੇ ਹਨ। ਲੁੱਟਨ ਨਗਰ
ਖਾਨਨ ਹਿਤ ਦੂਰਾ। ਇਹ ਖਾਨ ਮਰਨਗੇ, ਇਹ ਨਗਰ ਲੁੱਟਿਆ ਜਾਵੇਗਾ, ਇਹ ਨਗਰ ਮਾਸਪੁਰੀ ਹੋ ਜਾਵੇਗਾ। ਇਹ ਬਚਨ ਜਿਹੜੇ ਆਪ ਜੀ ਨੇ ਫਰਮਾਏ ਹਨ, ਸੋ ਨਿਜ ਬਚਨ ਫੇਰ ਕਰ ਦੀਜੈ। हे ਸਤਿਗੁਰੂ ਜੀ, ਮੇਰੀ ਬੇਨਤੀ ਮੰਨ ਕੇ ਆਪ ਜੀ ਸਵੀਕਾਰ ਕਰੋ, ਆਪਣੇ ਬਚਨ ਵਾਪਸ ਲੈ ਲਵੋ। ਇਹ ਨਗਰ ਬਚਿਆ ਰਹੇ, ਇਹ ਪਠਾਣਾ ਦੇ ਘਰ ਵਸਦੇ ਰਹਿਣ, ਇਦਾਂ ਦਾ ਬਚਨ ਕਰ ਦਿਓ ਮਹਾਰਾਜ। ਜਿਹੜੇ ਬਚਨ ਆਪ ਜੀ ਨੇ ਪਹਿਲੋਂ ਕਹੇ ਨੇ, ਉਹ ਬਚਨ ਆਪ ਜੀ ਵਾਪਸ ਲੈ ਲਵੋ। ਮਹਾਪੁਰਖ ਤੁਮ ਕਰੁਣਾ ਕੀਜੈ। ਮਹਾਰਾਜ ਤੁਸੀਂ ਮਹਾਪੁਰਸ਼ ਹੋ, ਮਹਾਪੁਰਸ਼ ਕਰੁਣਾ ਕਰਦੇ ਹੁੰਦੇ ਐ, ਮਹਾਪੁਰਸ਼ਾਂ ਦੇ ਹਿਰਦਿਆਂ ਵਿੱਚ ਦਇਆ ਹੁੰਦੀ ਹੈ। ਆਪ ਜੀ ਸਾਡੇ ਨਗਰ ਤੇ ਦਇਆ ਕਰੋ ਮਹਾਰਾਜ, ਕਰੁਣਾ ਕਰੋ, ਇਹਨਾਂ ਨਗਰ ਨਿਵਾਸੀਆਂ ਨੂੰ ਬਖਸ਼ ਲਓ, ਇਹਨਾਂ ਨੇ ਭੁੱਲ ਕੀਤੀ ਹੈ। ਮੈਂ ਤੁਹਾਡੇ ਚਰਨਾਂ ਚੋਂ ਮੁਆਫੀ ਮੰਗਦਾ ਹਾਂ। ਚਲ ਆਇਓ ਮੈਂ ਸ਼ਰਨ ਤੁਮਾਰੀ। ਮਹਾਰਾਜ ਜੀ ਮੈਂ ਚੱਲ ਕੇ ਤੁਹਾਡੀ ਸ਼ਰਨ ਚ ਆਇਆ ਹਾਂ, ਤੁਹਾਡੀ ਪਨਾਹ ਵਿੱਚ ਆਇਆ, ਤੇ ਮੈਂ ਸੁਣਿਆ ਜਿਹੜਾ ਤੁਹਾਡੇ ਮਹਾਂਪੁਰਸ਼ਾਂ ਦੀ ਸ਼ਰਨ ਚੱਲ ਕੇ ਆਉਂਦਾ ਹੈ, ਉਹਨਾਂ ਸ਼ਰਨ ਆਇਆਂ ਨੂੰ ਤੁਸੀਂ ਗਲ ਲਾ ਲੈਂਦੇ ਹੋ, ਉਹਨਾਂ ਦੇ ਗੁਣ ਔਗਣਾਂ ਦੀ ਵਿਚਾਰ ਨਹੀਂ ਕਰਦੇ। ਅਬ ਹਮਰੀ ਕੀਜੇ ਰਖਵਾਰੀ। ਮਹਾਰਾਜ ਜੀ ਕਿਰਪਾ ਕਰਕੇ ਹੁਣ ਸਾਡੀ ਰੱਖਿਆ ਕਰੋ, ਸਾਡੀ ਰਖਵਾਲੀ ਕਰੋ। ਸ਼੍ਰੀ ਗੁਰ ਕਹੇ ਸੁਨੋ ਦੇਜੇ ਐਸੇ। ਮਹਾਰਾਜ ਜੀ ਕਹਿਣ ਲੱਗੇ, ਪੰਡਤ ਜੀ ਸੁਣੋ ਧਿਆਨ ਨਾਲ, ਸੰਤ ਬਚਨ ਗਜ ਰਦ ਜੈਸੇ। ਜਿਹੜੇ ਸਾਧੂਆਂ ਦੇ ਬਚਨ ਹੁੰਦੇ ਆ ਨਾ, ਸੰਤਾਂ ਦੇ, ਉਹ ਹਾਥੀ ਦੇ ਦੰਦਾਂ ਦੇ ਸਮਾਨ ਹੁੰਦੇ, ਜਿਹੜੇ ਮੂੰਹ ਚੋਂ ਬਾਹਰ ਨਿਕਲ ਜਾਂਦੇ ਆ। ਹਾਥੀ ਦੇ ਦੰਦ ਨਿਕਲੇ ਹੁੰਦੇ ਆ ਨਾ, ਸੱਜੇ ਤੇ ਖੱਬੇ ਦੋ ਬਾਹਰ ਨੂੰ। ਮਹਾਰਾਜ ਜੀ ਕਹਿੰਦੇ ਆ, ਪੰਡਤ ਜੀ ਸਤਿਪੁਰਸ਼ਾਂ ਦੇ ਸਾਧੂਆਂ ਦੇ ਕੀਤੇ ਹੋਏ ਬੋਲ ਬਚਨ ਉਹ ਹਾਥੀ ਦੇ ਦੰਦਾਂ ਦੇ ਸਮਾਨ ਹੁੰਦੇ, ਜਿਹੜੇ ਬਾਹਰ ਨਿਕਲ ਜਾਣ। ਇੱਕ ਬਾਰ ਜੇ ਵਹਿਰ ਨਿਕਾਸੇ। ਜਿਵੇਂ ਹਾਥੀ ਦੇ ਦੰਦ ਉਹਦੇ ਮੂੰਹ ਚੋਂ ਇੱਕ ਵਾਰੀ ਬਾਹਰ ਨਿਕਲ ਜਾਣ, ਕੀ ਮੁੜ ਕੇ ਵਾਪਸ ਮੂੰਹ 'ਚ ਜਾਂਦੇ ਆ? ਨਹੀਂ ਜਾਂਦੇ ਆ ਨਾ, ਬਾਹਰ ਹੀ ਨਿਕਲੇ ਰਹਿੰਦੇ ਆ। ਏਦਾਂ ਸਾਧੂਆਂ ਵੱਲੋਂ ਕੀਤਾ ਗਿਆ ਬਚਨ ਇੱਕ ਵਾਰੀ ਮੁਖ ਚੋਂ ਨਿਕਲ ਜਾਏ, ਉਹ ਮੁੜ ਕੇ ਉਹਨਾਂ ਦੇ ਮੂੰਹ ਵਿੱਚ ਵਾਪਸ ਨਹੀਂ ਜਾਇਆ ਕਰਦਾ। ਇੱਕ ਸਾਧ ਬਚਨ ਅਟਲੱਦਾ, ਸਾਧੂਆਂ ਦਾ ਕੀਤਾ ਬਚਨ ਅਟਲ ਹੁੰਦਾ। ਭਾਈ ਲਾਲ ਪੰਡਤ ਜੀ, ਜੋ ਇਹ ਬਚਨ ਹੋ ਗਏ ਨੇ, ਨਿਰੰਕਾਰ ਦੇ ਘਰੋਂ ਆਏ ਨੇ, ਅਸੀਂ ਆਪਣੇ ਕੋਲੋਂ ਨਹੀਂ ਉਚਾਰੇ। ਅਸੀਂ ਪਹਿਲੋਂ ਕਹਿ ਦਿੱਤਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਪਰਮੇਸ਼ਰ ਦੀ ਬਾਣੀ ਜਿਵੇਂ ਆਏਗੀ ਮੈਂ ਤਿਵੇਂ ਉਚਾਰਨ ਕਰਾਂਗਾ। ਤੋ ਅਕਾਲ ਪੁਰਖ ਦੇ ਘਰੋਂ ਇਹ ਬੋਲ ਜਿਵੇਂ ਆਏ ਨੇ, ਅਸੀਂ ਉਚਾਰਨ ਕੀਤੇ ਨੇ, ਇਹ ਹੁਣ ਇਸੇ ਤਰ੍ਹਾਂ ਹੀ ਹੋ ਕੇ ਰਹਿਣਗੇ, ਟਲਣਗੇ ਨਹੀਂ। ਕਿਉਂਕਿ ਸਾਧੂ ਦਾ ਕੀਤਾ ਹੋਇਆ ਬੋਲ, ਸੰਤ ਦਾ ਕੀਤਾ ਹੋਇਆ ਬਚਨ ਮੁੜ ਕੇ ਉਹਦੇ ਮੂੰਹ ਵਿੱਚ ਵਾਪਸ ਨਹੀਂ ਪੈਂਦਾ। ਪੁਨ ਪ੍ਰਵਸ਼ੇ ਨ ਕਰੇ ਪ੍ਰਯਾਸੇ। ਜਿੰਨਾ ਮਰਜੀ ਕੋਈ ਪ੍ਰਯਾਸ ਕਰ ਲਵੇ, ਯਤਨ ਕਰ ਲਵੇ, ਉਹ ਬਚਨ ਮੁੜ ਕੇ ਉਹਨਾਂ ਦੇ ਮੁਖ ਵਿੱਚ ਵਾਪਸ ਨਹੀਂ ਜਾਂਦਾ। ਦੋਹਰਾ ਖਾਨਨ ਸਭ ਕੋ ਅੰਤ ਹੋਏ, ਬਚੇ ਨਾ ਏ ਥਲ ਕੋਏ। ਇਹ ਸੱਚਾਈ ਹੈ ਜਿਹੜੀ ਵਰਤਣੀ ਹੈ ਪੰਡਤ ਜੀ ਸੰਸਾਰ ਵਿੱਚ ਇੱਥੇ, ਕਿ ਇਹਨਾਂ ਖਾਨਾਂ ਦਾ ਸਭ ਦਾ ਅੰਤ ਹੋਣਾ ਹੈ। ਕਿਉਂਕਿ ਹੁਣ ਮੁਗਲਾਂ ਦਾ ਰਾਜ ਹੈ, ਉਹਦੀ ਤਪੱਸਿਆ ਮੁਗਲਾਂ ਦੀ, ਉਹਨਾਂ ਨੇ ਤਪ ਕੀਤਾ, ਰਾਜ ਉਹਨਾਂ ਨੂੰ ਵੀ ਮਿਲਣਾ ਸੀ। ਉਹਨਾਂ ਦੀ ਆਪਣੇ ਤਪ ਤੋਂ ਰਾਜ ਉਹਨਾਂ ਨੂੰ ਪ੍ਰਾਪਤ ਹੋਣਾ। ਇਹਨਾਂ ਦਾ ਤਪ ਤੇਜ ਖਤਮ ਹੋ ਗਿਆ, ਇਹਨਾਂ ਖਾਨਾਂ ਦਾ ਰਾਜ ਹੁਣ ਸਮਾਪਤ ਹੋਵੇਗਾ। ਬਚਨਾ ਇਹ ਥਲ ਖੋਏ, ਇਹ ਜਿੰਨੇ ਖਾਨ ਨੇ ਨਾ ਚੋਂ ਕੋਈ ਖਾਨ ਇਹ ਸੇਮਨਾਬਾਦ ਨਗਰ ਵਿੱਚ ਨਹੀਂ ਬਚੇਗਾ। ਬਖਸ਼ਿਓ ਤੂੰ ਅਬ ਜਾਵਈ, ਮਿਲਿਓ ਦੀਨ ਮਨ ਹੋਏ। ਪਰ ਤੂੰ ਸ਼ਰਨ ਚ ਆ ਗਿਆ, ਤੂੰ ਬਚ ਜਾਏਗਾ। ਤੂੰ ਸ਼ਰਨ ਆਇਆ, ਐਸਾ ਨਹੀਂ ਵੀ ਸ਼ਰਨ ਆਏ ਨੂੰ ਨਹੀਂ ਰੱਖਾਂਗੇ। ਪਾਤਸ਼ਾਹ ਗੁਰੂ ਨਾਨਕ ਸਾਹਿਬ ਸ਼ਰਨ ਸੂਰ ਨੇ, ਜਿਹੜਾ ਸ਼ਰਨ ਚ ਆਉਂਦਾ ਉਹਨੂੰ ਰੱਖ ਲੈਂਦੇ ਆ। ਨਗਰ ਨਹੀਂ ਆਇਆ ਸ਼ਰਨ ਚ, ਤੂੰ ਆਇਆ ਨਾ, ਖਾਨ ਤਾਂ ਨਹੀਂ ਆਏ, ਇਹਨਾਂ ਦਾ ਅੰਤ ਹੈ ਨੇੜੇ, ਇਹਨਾਂ ਨੇ ਆਉਣਾ ਵੀ ਨਹੀਂ ਸ਼ਰਨ ਚ। ਪਰ ਤੂੰ ਸ਼ਰਨ ਚ ਆ ਗਿਆ, ਇਸ ਕਰਕੇ ਤੂੰ ਬਖਸ਼ਿਆ ਜਾਏਗਾ, ਤੇਰਾ ਨੁਕਸਾਨ ਨਹੀਂ ਹੋਵੇਗਾ। ਤੂੰ ਸ਼ਰਨ ਆ ਗਿਆ, ਤੈਨੂੰ ਹੁਣ ਅਸੀਂ ਬਖਸ਼ਦੇ ਹਾਂ। ਜੋ ਪਈ ਹੇ ਦਿਜ ਲਾਲੋ ਮਿਲ ਕੇ ਦੋ। ਇਸ ਨਗਰ ਵਿੱਚ ਇੱਕ ਤੂੰ ਤੇ ਦੂਜਾ ਸਾਡਾ ਸੇਵਕ ਹੈ ਭਾਈ ਲਾਲੋ, ਤੇ ਅਸੀਂ ਆਪਣੇ ਸੇਵਕ ਦਾ ਘਰ ਵੀ ਕਿਵੇਂ ਉਜੜਨ ਦੇਾਂਗੇ। ਮਹਾਰਾਜ ਜੀ ਕਹਿੰਦੇ, ਪੰਡਤ ਜੀ ਤੁਸੀਂ
ਤੇ ਦੂਜੇ ਭਾਈ ਲਾਲੋ ਜੀ ਤੁਸੀਂ ਦੋਵੇਂ ਮਿਲ ਕੇ ਕਹੀਂ ਜੇ ਬਚਨ ਕਰੋ ਅਬ ਸੋ। ਅਸੀਂ ਜੋ ਕਹਾਂਗੇ ਉਹ ਬਚਨ ਹੁਣ ਤੁਸੀਂ ਮੰਨਣੇ ਹਨ। ਜੋ ਅਸੀਂ ਕਹਾਂਗੇ ਉਹ ਤੁਸੀਂ ਸੱਤ ਕਰਕੇ ਮੰਨਣਾ ਹੈ। ਨਿਜ ਪਰਿਵਾਰ ਲਿਓ ਸੰਘਾਰੇ। ਤੁਸੀਂ ਆਪਣਾ ਆਪਣਾ ਟੱਬਰ, ਆਪਣਾ ਆਪਣਾ ਪਰਿਵਾਰ, ਘਰ ਦਾ ਰਾਜ ਸਾਜ ਗੱਡਿਆਂ ਤੇ ਲੱਦੋ ਔਰ ਸਾਰਾ ਪਰਿਵਾਰ ਨਾਲ ਲੈ ਕੇ ਆਪਣੀ ਸਭਈ ਵਸਤ ਸੰਭਾਰੇ। ਆਪਣੇ ਘਰ ਦੀਆਂ ਸਾਰੀਆਂ ਵਸਤੂਆਂ ਜਿੰਨਾ ਰਾਜ ਸਾਜ ਹੈ, ਰਾਸ਼ਨ ਹੈ, ਉਹ ਸਾਰਾ ਗੱਡਿਆਂ ਦੇ ਉੱਤੇ ਲੱਦ ਲਵੋ। ਚਤਰ ਕੋਸ ਪਰ ਅਬ ਤੁਮ ਜਾਈ। ਏਮਨਾਬਾਦ ਨਗਰ ਤੋਂ 4 ਕੋ ਦੂਰ ਇੱਕ ਜਗ੍ਹਾ ਹੈ। ਸ਼ੁਸ਼ਕ ਤੜਾਗ ਪਿਖੋ ਤੈ ਥਾਈ। ਉੱਥੇ ਇੱਕ ਸੁੱਕਾ ਤਲਾਬ ਹੋਵੇਗਾ। ਬੈਠੇ ਰਹੀਏ ਸਹਿਤ ਕੁਟੰਬਾ। ਤੁਸੀਂ ਦੋਵੇਂ ਆਪਣੇ ਪਰਿਵਾਰਾਂ ਸਮੇਤ ਉੱਥੇ ਜਾ ਕੇ ਬੈਠੇ ਰਹੋ। ਪੁਰ ਕੋ ਚੋਰੋ ਬਿਨਾ ਬਿਲੰਬਾ। ਔਰ ਬਿਨਾਂ ਦੇਰੀ ਤੋਂ ਇਹ ਨਗਰ ਛੱਡ ਕੇ ਚਲੇ ਜਾਓ, ਕਿਉਂਕਿ ਇੱਥੇ ਹੁਣ ਕੁਝ ਸਮੇਂ ਤਾਈਂ ਕਤਲੋਗਾਰਤ ਹੋਵੇਗੀ। ਤੁਸੀਂ ਇਸ ਨਗਰ ਨੂੰ ਛੱਡ ਕੇ ਚਲੇ ਜਾਓ ਤੇ ਬਚ ਜਾਓਗੇ। ਔਰ ਉਤ ਮੁਗਲਨ ਕੀ ਸੈਨਾ। ਇੱਥੇ ਕੁਝ ਸਮੇਂ ਤਾਈਂ ਮੁਗਲਾਂ ਦੀ ਸੈਨਾ ਆ ਜਾਣੀ ਹੈ। ਆਏ ਇਆਂ ਲੂਟੇ ਸਭ ਐਨਾ। ਉਹਨਾਂ ਆ ਕੇ ਏਮਨਾਬਾਦ ਨਗਰ ਲੁੱਟ ਲੈਣਾ ਹੈ। ਸਭ ਪਠਾਨ ਕੋ ਪਟ ਜਮ ਦੁਆਰੇ। ਇਹ ਸਾਰੇ ਪਠਾਨ ਜਮ ਦੁਆਰ ਨੂੰ ਚਲੇ ਜਾਣਗੇ। ਕੀਨ ਬਾਂਧ ਕਰ ਲਏ ਸੰਘਾਰੇ। ਔਰ ਇਹਨਾਂ ਦੀਆਂ ਔਰਤਾਂ ਨੂੰ ਬੰਨ ਕੇ ਉਹ ਲੈ ਜਾਣਗੇ। ਇਹੋ ਜਿਹਾ ਵਰਤਾਰਾ ਇੱਥੇ ਵਰਤਣਾ। ਭਾਈ ਲਾਲੋ ਤੁਸੀਂ ਦੋਵੇਂ ਜਣੇ ਪੰਡਤ ਜੀ, ਤੁਸੀਂ ਆਪਣਾ ਪਰਿਵਾਰ ਲੈ ਕੇ ਨਾਲ ਇਥੋਂ 4 ਕੋਹ ਤੇ ਦੂਰੀ ਤੇ ਇੱਕ ਸ਼ੁਸ਼ਕ ਸੁੱਕਾ ਹੋਇਆ ਤੜਾਗ ਤਲਾਬ ਹੈ, ਉੱਥੇ ਜਾ ਕੇ ਆਪਣਾ ਡੇਰਾ ਰੱਖੋ। ਜਦੋਂ ਅਸੀਂ ਕਹਾਂਗੇ ਮੁੜ ਫੇਰ ਇੱਥੇ ਆ ਕੇ ਆਪਣਾ ਨਿਵਾਸ ਕਰ ਲੈਣਾ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਕਹੇ ਹੋਏ ਬਚਨ ਜਿਵੇਂ ਸੱਤ ਹੋ ਰਹੇ ਨੇ। ਏਮਨਾਬਾਦ ਵਿੱਚ ਜਿਵੇਂ ਬਾਬਰ ਦਾ ਹਮਲਾ ਹੋਇਆ, ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਸੁਖ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਤ हे गोबिंद हे गुण निधान जाके सदा विवेक हे अपरंपर हर हरे पियो अणहारे हे संत कै सदा संग धारा आधार हे ठाकुर हूँ दासरो मैं निर्गुण गुण नहीं कोई नानक दीजै नाम दान राखो ये परो आए प्रभ शरणागति कृपा निधि दयाल एक अखर हर मन बस्त नानक ओत नियाल वाहिगुरु नाम जहाज है बड़े सोतरे पारे जो शरदा कर सेवंदे और पारे उतारने आर वाहिगुरु नाम चढ़े सोतरे पारे जो शरदा कर सेवंदे और पारे उतारने आर वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ
ਕੱਲ 3 ਜੂਨ ਦਿਨ ਸ਼ੁੱਕਰਵਾਰ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ। ਗੁਰਦੁਆਰਾ ਨਵੀਨ ਸ੍ਰੀ ਗੁਰੂ ਸਿੰਘ ਸਭਾ ਧਰਮਪੁਰਾ ਬਾਜ਼ਾਰ ਵਿਖੇ ਕੱਲ ਸਵੇਰੇ ਅੰਮ੍ਰਿਤ ਵੇਲੇ ਤੋਂ 3 ਵਜੇ ਤੋਂ ਲੈ ਕੇ ਦੁਪਹਿਰੇ 2:15 ਵਜੇ ਤੱਕ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ ਹੋ ਰਹੇ ਨੇ, ਜਿਸ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਹਾਜ਼ਰੀਆਂ ਭਰ ਰਹੇ ਨੇ। ਆਪ ਜੀ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਦਾ ਸਰਵਣ ਕਰਨਾ। ਕੱਲ ਸ਼ਾਮ ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਸਮਰਪਿਤ ਪਿਛਲੇ ਕਈ ਦਿਨਾਂ ਤੋਂ ਸੰਗਤੀ ਰੂਪ 'ਚ ਸੁਖਮਣੀ ਸਾਹਿਬ ਜੀ ਦੇ ਪਾਠ ਹੋ ਰਹੇ ਨੇ। ਕੱਲ ਸ਼ਾਮ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜੋ ਛੋਟਾ ਦੀਵਾਨ ਹਾਲ ਹੈ 7:30 ਤੋਂ 9:30 ਵਜੇ ਤੱਕ ਦੀਵਾਨ ਸਜਣਗੇ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਔਰ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सरकारी ग्राउंड Right.
ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ 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 ਜੀ। ਡੰਡਾ ਵੰਦਨ ਅਨਿਕ ਬਾਰ। ਸਰਬ ਕਲਾ ਸਮਰੱਥ ਡੋਲੰ ਤੇ ਰੱਖਾ ਡੋਲੰ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ ਦੇ ਕਰ ਹੱਥ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਤੇ ਚਾਨਣ ਹੁੰਦਿਆਂ ਗੁਰ ਬਿਨ ਕੋਰੇ ਅੰਧਾਰ ਕੋਰੇ ਅੰਧਾਰ ਕੋਰੇ ਅੰਧਾਰ। ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ। ਬਲਿਹਾਰੀ ਗੁਰੇ ਆਪਨੇ ਬਲਿਹਾਰੀ ਗੁਰੇ ਆਪਨੇ ਬਲਿਹਾਰੀ ਗੁਰੇ ਬਲਿਹਾਰੀ ਗੁਰੇ ਆਪਨੇ।
बलिहारी गुर